ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਡੀਡੀ ਪੰਜਾਬੀ ਤੇ। ਔਰ ਇਸ ਸਟੂਡੀਓ ਦੇ ਵਿੱਚ ਅੱਜ ਅਸੀਂ ਖਾਸ ਤੌਰ ਤੇ ਇਨਵਾਈਟ ਕੀਤਾ ਹੋਇਆ ਹੈ ICCRC ਮੈਂਬਰ ਮਿਸਟਰ ਜਤਿਨ ਸਾਹਨੀ ਉਹਨਾਂ ਨੂੰ। ਔਰ ICCRC ਮੈਂਬਰ ਅਸੀਂ ਆਪਣੇ ਹਰ ਸ਼ੋਅ ਦੇ ਵਿੱਚ ਦੱਸਦੇ ਹਾਂ, ਉਹ ਕੰਸਲਟੈਂਟ ਨੇ, ਉਹ ਏਜੰਟ ਨੇ, ਉਹ ਤੁਹਾਡੇ ਮਾਰਗਦਰਸ਼ਕ ਨੇ ਜਿਨ੍ਹਾਂ ਨੂੰ ਕੈਨੇਡਾ ਸਰਕਾਰ, ਕੈਨੇਡਾ ਹਾਈ ਕਮਿਸ਼ਨ ਵੱਲੋਂ ਇੱਕ ਅਥਾਰਟੀ ਦਿੱਤੀ ਹੋਈ ਹੈ ਤੁਹਾਡੀਆਂ ਫਾਈਲਾਂ ਸਬਮਿਟ ਕਰਨ ਦੀ। ਸੋ ਇੱਕ ICCRC ਮੈਂਬਰ ਦੇ ਹਰ ਇੱਕ ਕੰਮ ਦੇ ਉੱਤੇ ਚੈੱਕ ਹੁੰਦਾ ਹੈ ਸਰਕਾਰ ਦਾ, ਹਾਈ ਕਮਿਸ਼ਨ ਦਾ, ਕਿ ਉਹ ਕੀ ਇਨਫੋਰਮੇਸ਼ਨ ਦੇ ਰਹੇ ਨੇ, ਕੀ ਤੁਹਾਡੇ ਤੋਂ ਚਾਰਜ ਕਰ ਰਹੇ ਨੇ। ਤੁਹਾਨੂੰ ਇਨਫੋਰਮੇਸ਼ਨ ਜੋ ਵੀ ਦਿੱਤੀ ਜਾਂਦੀ ਹੈ ਉਹ ਟਾਈਮਲੀ ਉਹਨਾਂ ਨੂੰ ਸਬਮਿਟ ਅੱਗੇ ਸਰਕਾਰਾਂ ਨੂੰ ਕਰਵਾਉਣੀ ਪੈਂਦੀ ਹੈ ਕਿ ਹਾਂ ਅਸੀਂ ਆਪਣੇ ਦਾਇਰੇ 'ਚ ਰਹਿ ਕੇ ਕੰਮ ਕਰ ਰਹੇ ਹਾਂ। ਸੋ ਇਨ ਟੋਟਲ ਇਹ ਕਹਿ ਸਕਦੇ ਹਾਂ ਕਿ ICCRC ਮੈਂਬਰ ਤੁਹਾਨੂੰ ਚਾਹ ਕੇ ਵੀ ਕੋਈ ਗਲਤ ਇਨਫੋਰਮੇਸ਼ਨ ਨਹੀਂ ਦੇ ਸਕਦੇ। ICCRC ਮੈਂਬਰ ਹਰ ਤਰ੍ਹਾਂ ਦਾ ਕੇਸ ਅਪਲਾਈ ਕਰ ਸਕਦੇ ਨੇ, ਹਰ ਤਰ੍ਹਾਂ ਦਾ ਕੇਸ ਤੁਹਾਡਾ ਲੜ ਸਕਦੇ ਨੇ, ਚਾਹੇ ਤੁਸੀਂ ਬੈਨ ਹੋ ਗਏ ਹੋ, ਚਾਹੇ ਤੁਸੀਂ ਰਿਫਿਊਜ਼ ਹੋ ਗਏ ਹੋ, ਚਾਹੇ ਤੁਸੀਂ PR ਪਾਉਣੀ ਹੈ, ਚਾਹੇ ਤੁਸੀਂ ਸਟੂਡੈਂਟ ਵੀਜ਼ਾ ਪਾਉਣਾ। ਸੋ ਜਤਿਨ ਸਾਹਨੀ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਦਾ ਇਮੀਗ੍ਰੇਸ਼ਨ ਲਾਂਚ ਤੋਂ। ਸ਼ੋਅ ਦੇ ਦੌਰਾਨ ਸ਼ੋਅ ਨੂੰ ਧਿਆਨ ਨਾਲ ਸੁਣ ਲਓ। ਤੁਹਾਨੂੰ ਲੱਗਦਾ ਹੈ ਕੋਈ ਤੁਹਾਡਾ ਕੇਸ ਫਸਿਆ ਹੋਇਆ ਹੈ, ਕੋਈ ਕੰਸਲਟੈਂਟ ਜਵਾਬ ਨਹੀਂ ਚੰਗੀ ਤਰ੍ਹਾਂ ਦੇ ਰਿਹਾ, ਤੁਹਾਡਾ ਕੇਸ ਕੋਈ ਚੰਗਾ ਵਕੀਲ ਨਹੀਂ ਲੜ ਪਾ ਰਿਹਾ, ਇੱਕ ਤਰੀਕੇ ਦੇ ਇਹ ਵਕੀਲ ਹੀ ਹੁੰਦੇ ਨੇ ਜਿਹੜੇ ICCRC ਮੈਂਬਰ ਨੇ। ਤੁਹਾਡੇ ਕੇਸਾਂ ਨੂੰ ਕੈਨੇਡੀਅਨ ਹਾਈ ਕਮਿਸ਼ਨ, ਕੈਨੇਡਾ ਅੰਬੈਸੀ, ਕੈਨੇਡਾ ਸਰਕਾਰ ਦੇ ਨਾਲ ਕੇਸ ਲੜਦੇ ਨੇ ਤੁਹਾਡਾ। ਸੋ ਸ਼ੋਅ ਨੂੰ ਧਿਆਨ ਨਾਲ ਸੁਣੋ। ਕੋਈ ਵੀ ਪੇਚੀਦਾ ਤੁਹਾਨੂੰ ਲੱਗਦੀ ਹੈ ਤੁਹਾਡੀ ਕੇਸ ਦੇ ਵਿੱਚ ਕੋਈ ਚੀਜ਼ ਐਸੀ ਫਸੀ ਹੋਈ ਹੈ ਜਿਹੜੀ ਲੱਗਦਾ ਕਿ ਨਹੀਂ ਹੁਣ ਮੇਰਾ ਕੈਨੇਡਾ ਦਾ ਵੀਜ਼ਾ ਨਹੀਂ ਲੱਗ ਸਕਦਾ, ਤੇ ICCRC ਮੈਂਬਰ ਦਾ ਤੁਸੀਂ ਸਹਾਰਾ ਲੈ ਸਕਦੇ ਹੋ, ਇਨਫੋਰਮੇਸ਼ਨ ਲੈ ਸਕਦੇ ਹੋ। ਨੰਬਰ ਨੋਟ ਕਰ ਲਓ, ਉਸ ਤੋਂ ਬਾਅਦ ਗੱਲਬਾਤ ਸ਼ੁਰੂ ਕਰਾਂਗੇ। 9988 161 161 9988 161 161। ਇਸ ਨੰਬਰ ਨੂੰ ਸੇਵ ਕਰ ਲਓ, ਲਿਖ ਲਓ ਕਾਪੀ ਪੈਨ ਦੇ ਨਾਲ। ਉਸ ਤੋਂ ਬਾਅਦ ਗੱਲਬਾਤ ਸੁਣੋ ਤੇ ਆਪਣੇ ਸਵਾਲ ਪੁੱਛੋ। ਜਤਨ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮਨੀਸ਼ ਜੀ ਇਨਵਾਈਟ ਕਰਨ ਦਾ ਜੀ। ਸੋ ਜਤਨ ਜੀ, ਪਿਛਲੀ ਵਾਰ ਸ਼ੋਅ ਦੇ ਵਿੱਚ ਆਪਾਂ ਇਕੱਠੇ ਹੋਏ ਸੀ ਜਦੋਂ, ਤੇ ਆਪਾਂ PR ਦੀ ਗੱਲ ਕੀਤੀ ਸੀ, ਕਿਵੇਂ PR ਪੱਕੇ ਤੌਰ ਤੇ ਪਰਿਵਾਰ ਸਮੇਤ ਆਪਾਂ ਕੈਨੇਡਾ ਦੇ ਵਿੱਚ ਲੋਕਾਂ ਨੂੰ ਪਹੁੰਚਾ ਸਕਦੇ ਹਾਂ, ਕੈਨੇਡਾ ਦੀ PR ਕਿਵੇਂ ਲੈ ਕੇ ਦੇ ਸਕਦੇ ਹਾਂ, ਚਾਹੇ ਉਹ PNP ਹੋਵੇ, ਚਾਹੇ ਉਹ ਐਕਸਪ੍ਰੈਸ ਐਂਟਰੀ ਹੋਵੇ। ਬਿਲਕੁਲ ਜੀ। ਸੋ ਸਾਨੂੰ ਸਾਡੇ ਸ਼ੋਅ ਦੇ ਉੱਤੇ ਬਹੁਤ ਕਾਲਸ ਆਈਆਂ, ਫੇਸਬੁੱਕ ਤੇ ਲੋਕਾਂ ਨੇ ਬਹੁਤ ਫੋਲੋ ਕੀਤਾ, ਸਵਾਲ ਪੁੱਛੇ ਔਰ ਡਿਮਾਂਡ ਕੀਤੀ ਕਿ ਇੱਕ ਵਾਰ ਫਿਰ ਤੋਂ ICCRC ਮੈਂਬਰ ਨੂੰ ਇੱਥੇ ਇਸ ਮੰਚ ਤੇ ਲਿਆਂਦਾ ਜਾਵੇ। ਤੁਹਾਡਾ ਨਿੱਜੀ ਤਜਰਬਾ ਕਿਵੇਂ ਦਾ ਰਿਹਾ ਸ਼ੋਅ ਦੇ ਵਿੱਚ? ਤੁਸੀਂ ਪਹਿਲੀ ਵਾਰ ਆਏ ਸੀ ਪਿਛਲੀ ਵਾਰ ਸਾਡੇ ਨਾਲ, ਰਿਸਪੌਂਸ ਕਿਵੇਂ ਦਾ ਰਿਹਾ, ਲੋਕਾਂ ਦੇ ਸਵਾਲ ਕਿਵੇਂ ਦੇ ਲੱਗੇ, ਔਰ ਲੱਗਦਾ ਹੈ ਕਿ ਜੋ ਅਸੀਂ PR ਸੰਬੰਧੀ ਇਨਫੋਰਮੇਸ਼ਨ ਦਿੱਤੀ ਸੀ ਪਿਛਲੀ ਵਾਰੀ ਉਹ ਲੋਕਾਂ ਲਈ ਲਾਹੇਵੰਦ ਹੋਈ ਹੈ? ਡੈਫੀਨਿਟਲੀ ਮਨੀਸ਼ ਜੀ, ਕਿ ਜਿਹੜਾ ਆਪਣਾ ਲਾਸਟ ਸ਼ੋਅ ਸੀਗਾ ਰਿਲੇਟਡ ਟੂ ਪਰਮਾਨੈਂਟ ਰੈਜ਼ੀਡੈਂਸ ਇਨ ਕੈਨੇਡਾ, ਉਸ ਤੋਂ ਬਾਅਦ ਡੈਫੀਨਿਟਲੀ ਸਾਨੂੰ ਪੰਜਾਬ ਦੇ ਡਿਫਰੈਂਟ ਕਾਰਨਰਸ ਲਾਈਕ ਪਟਿਆਲਾ, ਬਟਾਲਾ, ਪਠਾਨਕੋਟ, ਈਵਨ ਆਊਟਸਾਈਡ ਆਫ ਪੰਜਾਬ ਐਜ਼ ਵੈਲ, UP ਤੋਂ ਵੀ ਸਾਨੂੰ ਕੁਝ ਏਰੀਆਜ਼ ਤੋਂ ਕਾਲਸ ਆਈਆਂ। ਤੇ ਜਿਹੜੇ ਲੋਕੀ ਖਾਸ ਕਰ ਪੇਰੈਂਟਸ ਕਿ ਜਿਨ੍ਹਾਂ ਦੇ ਬੱਚੇ ਉੱਥੇ ਕੈਨੇਡਾ ਗਏ ਹੋਏ ਨੇ ਆਲਰੇਡੀ, ਜਿਨ੍ਹਾਂ ਦੀ ਸਟੱਡੀ ਕੰਪਲੀਟ ਹੋ ਰਹੀ ਹੈ ਜਾਂ ਹੋਣ ਵਾਲੀ ਹੈ, ਸੋ ਦੇ ਵਰ ਵੈਰੀ ਕੰਸਰਨਡ ਕਿ ਸਾਡੇ ਬੱਚਿਆਂ ਦੀ PR ਕਿੱਦਾਂ ਹੋਏਗੀ ਕੈਨੇਡਾ 'ਚ, ਵਾਟ ਇਜ਼ ਦਾ ਪਾਥਵੇ। ਸੋ ਈਵਨ ਆਈ ਵਾਜ਼ ਵੈਰੀ ਸਰਪ੍ਰਾਈਜ਼, ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਜਿਹੜਾ ਬੱਚਾ ਉੱਥੇ ਕੈਨੇਡਾ ਆਲਰੇਡੀ ਸਟੱਡੀ ਤੇ ਹੈ, ਕਿਆ ਤੁਹਾਨੂੰ ਇਹ ਚੀਜ਼ ਬਾਰੇ ਪਤਾ ਨਹੀਂ ਹੈ? ਤੁਹਾਡੇ ਏਜੰਟ ਨੇ ਜਿਹਨੇ ਤੁਹਾਨੂੰ ਤੁਹਾਡਾ ਸਟੱਡੀ ਵੀਜ਼ਾ ਲਗਵਾਇਆ, ਉਹਨੇ ਇਸ ਬਾਰੇ ਕੋਈ ਗਾਈਡੈਂਸ ਨਹੀਂ ਦਿੱਤੀ। ਤੇ ਦੇ ਵਰ ਕਾਈਂਡ ਆਫ ਸ਼ੌਕਡ ਕਿ ਸਾਨੂੰ ਕੁਝ ਪਤਾ ਹੀ ਨਹੀਂ ਹੈਗਾ ਇਹਦੇ ਬਾਰੇ। ਦੈਨ ਮੈਂ ਫਿਰ ਉਹਨਾਂ ਨੂੰ ਗਾਈਡ ਕੀਤਾ, ਡੈਫੀਨਿਟਲੀ ਦੇਰ ਇਜ਼ ਅ ਪਾਥਵੇ। ਐਂਡ ਸਾਡੀ ਇਹ ਪ੍ਰੈਕਟਿਸ ਹੈ ਕਿ ਜਿਹੜਾ ਵੀ ਸਟੂਡੈਂਟ ਸਾਡੇ ਆਫਿਸ ਥਰੂ ਜਾਂ ਸਾਡੇ ਜਿਹੜੀ ਵੀ ਲੋਕੇਸ਼ਨਸ ਹੈਗੀਆਂ ਉੱਥੇ ਆ ਕੇ ਕੰਸਲਟ ਕਰਦੇ ਨੇ ਤੇ ਆਪਣੀ ਫਾਈਲ ਪ੍ਰੋਸੈਸ ਕਰਦੇ ਆ, ਤੇ ਸਾਡੀ ਇਹ ਰੂਟੀਨ ਪ੍ਰੈਕਟਿਸ ਹੈ ਕਿ ਅਸੀਂ ਉਹਨਾਂ ਨੂੰ ਫਿਊਚਰ ਪਾਥਵੇ ਬਾਰੇ ਪੂਰੀ ਗਾਈਡੈਂਸ ਦਿੰਦੇ ਹਾਂ ਕਿ ਉਹਨਾਂ ਦਾ ਸਟੱਡੀ ਪਰਮਿਟ ਕਦੋਂ ਐਕਸਟੈਂਡ ਹੋਏਗਾ, ਉਹਨਾਂ ਦਾ ਵਰਕ ਪਰਮਿਟ ਕਦੋਂ ਫਾਈਲ ਹੋਏਗਾ, ਤੇ PR ਦਾ ਕੀ ਪਾਥਵੇ ਹੈ। ਇਹ ਉਸ ਤਰ੍ਹਾਂ ਦੀ ਹੀ ਗੱਲ ਹੈ ਜਿਵੇਂ ਅਸੀਂ ਇੰਡੀਆ 'ਚ ਗੱਲ ਕਰਦੇ ਹਾਂ ਕਿ 10ਵੀਂ ਤੋਂ ਬਾਅਦ ਕਿਸੇ ਸਟੂਡੈਂਟ ਨੇ ਕੋਈ ਸਟਰੀਮ ਆਪਟ ਕਰਨੀ ਹੈ, ਮੈਡੀਕਲ ਲੈਣਾ ਹੈ ਜਾਂ ਉਹਨੇ ਨਾਨ ਮੈਡੀਕਲ ਲੈਣਾ ਹੈ, ਤੇ ਡੈਫੀਨਿਟਲੀ ਉਹ ਇਹ ਸੋਚ ਕੇ ਹੀ ਲੈਂਦੇ ਆ ਕਿ ਅੱਗੇ ਉਹਨੇ ਇੰਜੀਨੀਅਰ ਬਣਨਾ ਹੈ, ਡਾਕਟਰ ਬਣਨਾ ਹੈ। ਸੇਮ ਇਜ਼ ਦਾ ਕੇਸ ਇਜ਼ ਵਿਦ ਦਿਸ ਕੇਸ, ਰਾਈਟ, ਕਿ ਜਿਹੜੇ ਬੱਚੇ ਨੇ ਬਾਹਰ ਜਾ ਕੇ ਪੜ੍ਹਨਾ ਹੈ ਤੇ ਉਹਨੇ PR ਕਿੱਦਾਂ ਲੈਣੀ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ ਫॉर देयर ਫਿਊਚਰ, ਕਰੀਅਰ ਪਲੈਨਿੰਗ ਦਾ ਪਾਰਟ ਹੈਗਾ ਇੱਕ ਤਰੀਕੇ ਦਾ। ਸੋ ਅੱਜ ਸਾਡੇ ਨਾਲ ਬਹੁਤ ਸਾਰੇ ਲੋਕ ਇਹੋ ਜਿਹੇ ਹੋਣਗੇ ਜਿਹੜੇ ਨਵੇਂ ਜੁੜੇ ਨੇ, ਪਹਿਲੀ ਵਾਰ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜੁੜਦੇ ਪਏ ਨੇ। ਇੱਕ ਪੰਜਾਬ ਦੇ ਵਿੱਚ ਦੇਖੋ, ਹਰ ਪਿੰਡ ਸ਼ਹਿਰ ਦੇ ਵਿੱਚ ਅੱਜ ਦੀ ਸਮੇਂ ਦੇ ਵਿੱਚ ਕੰਸਲਟੈਂਟ ਆ, ਏਜੰਟ ਬੈਠੇ ਹੋਏ ਨੇ। ਤੁਸੀਂ ICCRC ਮੈਂਬਰ ਖੁਦ ਨੂੰ ਕਹਾਉਂਦੇ ਹੋ, ਕੈਨੇਡਾ ਸਰਕਾਰ, ਕੈਨੇਡਾ ਅੰਬੈਸੀ ਵੱਲੋਂ ਤੁਸੀਂ ਮਨਜ਼ੂਰਸ਼ੁਦਾ ਹੋ। ਸੋ ਇੱਕ ICCRC ਮੈਂਬਰ ਔਰ ਇੱਕ ਆਮ ਕੰਸਲਟੈਂਟ ਏਜੰਟ ਜਿਹੜੇ ਪੰਜਾਬ 'ਚ ਨੇ, ਉਹਨਾਂ 'ਚ ਕੀ ਕੋਈ ਫਰਕ ਹੈ? ਸੋ ਡੈਫੀਨਿਟਲੀ ICCRC ਮੈਂਬਰ ਦਾ ਜਿਹੜਾ ਲਾਇਸੈਂਸ ਮਿਲਦਾ ਹੈ, ਇਹ ਬਕਾਇਦਾ ਇੱਕ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਡੈਫੀਨਿਟਲੀ ਉੱਥੇ ਗਵਰਨਮੈਂਟ ਨੇ ਪ੍ਰੋਗਰਾਮ ਡਿਵਾਈਸ ਕੀਤੇ ਹੋਏ ਹੈ, ਲਾਅ ਦੀ ਸਟੱਡੀ ਬਣਾਈ ਹੋਈ ਹੈ। ਉਹ ਇੱਕ ਮਿਨੀਮਮ ਆਵਰਸ ਆਫ ਸਟੱਡੀ ਜਾਂ ਮਿਨੀਮਮ ਮੰਥਸ ਦੀ ਜਿਹੜੀ ਸਟੱਡੀ ਹੈ, ਉਸ ਸਟੱਡੀ ਕਰਨ ਤੋਂ ਬਾਅਦ ਹੀ ਸਾਨੂੰ ਇੱਕ ਐਗਜ਼ਾਮ ਦੇਣ ਦਾ ਮੌਕਾ ਮਿਲਦਾ ਹੈ। ਤੇ ਉਹ ਐਗਜ਼ਾਮ ਜੇ ਅਸੀਂ ਪਾਸ ਕਰਦੇ ਹਾਂ ਤਾਂ ਹੀ ਸਾਨੂੰ ਇਹ ਲਾਇਸੈਂਸ ਗ੍ਰਾਂਟ ਹੁੰਦਾ ਹੈ। ਉਸ ਤੋਂ ਇਲਾਵਾ ਸਾਡਾ ਕ੍ਰਿਮੀਨੈਲਿਟੀ ਚੈੱਕ, ਸਾਡਾ ਬੈਕਗਰਾਊਂਡ ਚੈੱਕ ਸਾਰਾ ਹੁੰਦਾ ਹੈ ਉੱਥੇ ਕੈਨੇਡਾ ਦੇ ਅੰਦਰ। ਤੇ ਜਦੋਂ ਸਰਕਾਰ ਨੂੰ ਸੰਤੁਸ਼ਟੀ ਹੁੰਦੀ ਹੈ, ਸੈਟਿਸਫੈਕਸ਼ਨ ਹੁੰਦੀ ਹੈ ਕਿ ਇਹ ਬੰਦਾ ਅਪਰੋਪਰੀਏਟ ਹੈ
to handle this kind of role, only then this license is granted to the ਸੋ person. ਕਿਹੜੇ ਕੇਸ ਤੁਸੀਂ ਲੜ ਸਕਦੇ ਹੋ ਪੰਜਾਬ ਹੁਣ ਇਸ ਸਮੇਂ ਤੁਸੀਂ ਪੰਜਾਬ ਦੇ ਦੌਰੇ ਤੇ ਹੋ ਤੇ ਮੇਰੇ ਖਿਆਲ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਹੋਣਗੇ ਜਿਹੜੇ ਕੈਨੇਡਾ ਜਾਣ ਦੇ ਚਾਹਵਾਨ ਤਾਂ ਹੈਗੇ, ਐਲੀਜੀਬਿਲਟੀ ਵੀ ਬਣਦੀ ਹੈ, ਪਰ ਕਈ ਵਾਰ ਜਾਣਕਾਰੀ ਦੀ ਘਾਟ ਜਾਂ ਕੁਝ ਇਹੋ ਜਿਹੇ ਲੋਕਾਂ ਨੂੰ ਪੈਸਾ ਦੇ ਬੈਠਦੇ ਨੇ, ਫਸਾ ਬੈਠਦੇ ਨੇ ਕਿ ਉਹ ਬਾਹਰ ਜਾਣ ਦੇ ਆਪਣੇ ਸੁਪਨੇ ਨਹੀਂ ਪੂਰੇ ਕਰ ਪਾਏ। ਸੋ ਕਿਹੜੇ ਕੇਸ ਲੜ ਸਕਦੇ ਹੋ? ਸਿਰਫ ਤੁਸੀਂ PR ਦੇ ਕੇਸਿਸ ਹੀ ਕਰਦੇ ਹੋ ਜਾਂ ਹੋਰ ਕੇਸ ਵੀ ਲੜ ਸਕਦੇ ਹੋ? ਜਿੱਦਾਂ ਤੁਸੀਂ ਕਿਹਾ ਜੀ PR ਤੋਂ ਇਲਾਵਾ PR ਇਜ਼ ਵਨ ਆਫ ਦਾ ਸਟਰੀਮ, ਉਸ ਤੋਂ ਇਲਾਵਾ ਅਸੀਂ ਓਪਨ ਵਰਕ ਪਰਮਿਟ, ਸਪਾਊਸਲ ਓਪਨ ਵਰਕ ਪਰਮਿਟ ਕੇਸਿਸ 'ਚ ਖਾਸ ਮਹਾਰਤ ਹਾਸਿਲ ਰੱਖਦੇ ਹਾਂ। ਜਿਹੜੇ ਵੀ ਰਿਫਿਊਜ਼ਡ ਕਲਾਇੰਟਸ ਹੈਗੇ ਓਪਨ ਵਰਕ ਪਰਮਿਟ ਵਾਲੇ, ਉਹ ਡੈਫੀਨਿਟਲੀ ਸਾਡੇ ਨਾਲ ਮਿਲਣ ਤੇ ਆਪਣਾ ਕੇਸ ਡਿਸਕਸ ਕਰ ਸਕਦੇ ਆ। ਉਸ ਤੋਂ ਇਲਾਵਾ ਸਟੱਡੀ ਵੀਜ਼ਾ ਦੇ ਕੇਸਿਸ, ਜਿਹੜੇ ਰਿਫਿਊਜ਼ ਵੀ ਨੇ ਕੇਸਿਸ, ਜਾਂ ਈਵਨ ਜਿਹੜੇ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਹੈਗੀਆਂ, ਜਿਹੜੇ ਬੈਂਡ ਐਪਲੀਕੈਂਟਸ ਹੈ ਖਾਸ ਕਰ, ਉਹਨਾਂ ਦਾ ਬੈਨ ਹਟਾਉਣਾ ਇੱਕ ਬਹੁਤ ਵੱਡਾ ਟਾਸਕ ਹੁੰਦਾ ਹੈ। ਉਹ ਸਪੈਸੀਫਿਕ ਪ੍ਰੋਗਰਾਮ ਗਾਈਡਲਾਈਨਸ ਦੇ ਅੰਦਰ ਵੀ ਐਪਲੀਕੇਸ਼ਨ ਲੱਗਦੀ ਹੈ ਤੇ ਡੈਫੀਨਿਟਲੀ ਅਸੀਂ ਉਹਨਾਂ ਨੂੰ ਵੀ ਹੈਲਪ ਕਰ ਸਕਦੇ ਹਾਂ। ਤੇ ਉਸ ਤੋਂ ਇਲਾਵਾ ਨਾਲ ਦੀ ਨਾਲ ਜਿਵੇਂ ਅਸੀਂ ਇਹ ਸ਼ੋਅ ਦੀ ਗੱਲ ਕੀਤੀ ਸਟਾਰਟ 'ਚ, ਜਿਹੜੇ ਇਨਸਾਈਡ ਕੈਨੇਡਾ ਐਪਲੀਕੇਸ਼ਨਸ ਹੈਗੀਆਂ, ਜਿਹੜੇ ਸਟੂਡੈਂਟਸ ਉੱਥੇ ਪੜ੍ਹ ਰਹੇ ਨੇ, ਜਿਨ੍ਹਾਂ ਦੀ ਪੜ੍ਹਾਈ ਖਤਮ ਹੋਣ ਵਾਲੀ ਹੈ, ਉਹਨਾਂ ਦੀ PR ਕਿਸ ਤਰ੍ਹਾਂ ਹੋਏਗੀ, ਉਹ ਬਹੁਤ ਵੱਡਾ ਸਵਾਲ ਹੈ ਅੱਜ ਦੀ ਡੇਟ 'ਚ। ਬਿਕੋਜ਼ ਜਿਹੜੀ ਰੀਸੈਂਟ ਹੈਪਨਿੰਗਸ ਹੋਈਆਂ ਕੈਨੇਡਾ ਦੇ ਅੰਦਰ, ਬਹੁਤ ਲੰਬੀ ਤਾਦਾਦ, ਬਹੁਤ ਵੱਡੇ ਨੰਬਰਸ 'ਚ ਸਟੂਡੈਂਟ ਨੂੰ ਐਕਸੈਪਟੇਬਿਲਿਟੀ ਮਿਲੀ ਹੈ, ਇਨਸਾਈਡ ਕੈਨੇਡਾ ਵਰਕਰਸ ਨੂੰ ਐਕਸੈਪਟੇਬਿਲਿਟੀ ਮਿਲੀ ਹੈ ਤਾਂ ਕਿ ਉਹਨਾਂ ਦੀ PR ਪ੍ਰੋਸੈਸ ਹੋ ਸਕੇ। ਹੁਣ ਪਿੱਛੇ ਹਫ਼ਤਾ ਪਹਿਲਾਂ ਉਹ ਵੀ ਆਇਆ ਸੀ, ਚਲੋ ਖਬਰ ਸਾਹਮਣੇ ਆਈ ਸਾਡੇ ਕਿ ਕੈਨੇਡਾ ਨੇ ਸਭ ਤੋਂ ਘੱਟ ਪੁਆਇੰਟਸ ਤੇ PR ਦੇਣੀ ਸ਼ੁਰੂ ਕਰਤੀ। ਹੁਣ ਸ਼ਾਇਦ 75 ਪੁਆਇੰਟਸ ਉਹਨਾਂ ਨੇ ਕਾਊਂਟ ਕੀਤੇ, ਜਿਹੜੇ ਔਨਸ਼ੋਰ ਆ, ਜਿਹੜੇ ਉੱਥੇ ਕੈਨੇਡਾ 'ਚ ਬੈਠੇ ਆ, ਅਗਰ ਉਹਨਾਂ ਦੇ 75 ਪੁਆਇੰਟਸ ਬਣਦੇ ਆ ਤਾਂ ਉਹਨਾਂ ਨੂੰ PR ਮਿਲ ਜਾਏਗੀ। ਸੋ ਇਹ ਬਹੁਤ ਵੱਡਾ ਚੇਂਜ ਲੱਗਦਾ ਸ਼ਾਇਦ ਉਹਨਾਂ ਲੋਕਾਂ ਲਈ ਜਿਹੜੇ PR ਤੇ ਜਾਣਾ ਚਾਹੁੰਦੇ ਨੇ। ਇਹਦਾ ਫਾਇਦਾ ਕੀ ਉਹਨਾਂ ਲੋਕਾਂ ਨੂੰ ਵੀ ਹੋਊਗਾ ਜਿਹੜੇ ਉੱਥੋਂ ਇੰਡੀਆ ਤੋਂ ਜਾਣਾ ਚਾਹੁੰਦੇ ਨੇ, ਜਾਂ ਸਿਰਫ ਉਹਨਾਂ ਲੋਕਾਂ ਨੂੰ ਇਹਦਾ ਫਾਇਦਾ ਹੋ ਸਕਦਾ ਜਿਹੜੇ ਆਲਰੇਡੀ ਕੈਨੇਡਾ 'ਚ ਬੈਠੇ ਨੇ? ਸਰ ਪ੍ਰਾਇਮਰਲੀ ਜਿਹੜਾ 13 ਫਰਵਰੀ 2021 ਨੂੰ ਜਿਹੜਾ ਕੈਨੇਡਾ ਨੇ ਡਰਾਅ ਕੱਢਿਆ ਤੇ ਉਹਦੇ ਵਿੱਚ 27,332 ਐਪਲੀਕੈਂਟਸ ਨੂੰ ਇਨਵਾਈਟ ਕੀਤਾ ਗਿਆ। ਫਸਟ ਆਫ ਆਲ ਜੀ ਇਹ ਇੱਕ ਹਿਸਟਰੀ ਹੈ। 2015 ਤੋਂ ਐਕਸਪ੍ਰੈਸ ਐਂਟਰੀ ਸਟਾਰਟ ਹੋਇਆ ਤੇ ਐਡੇ ਵੱਡੇ ਨੰਬਰ 'ਚ ਕਦੀ ਵੀ ਇਨਵੀਟੇਸ਼ਨ ਟੂ ਅਪਲਾਈ ਨਹੀਂ ਦਿੱਤਾ ਗਿਆ। ਤੇ ਇਹ ਜਿਹੜਾ ਪ੍ਰੋਗਰਾਮ ਹੈ ਪ੍ਰਾਇਮਰਲੀ ਇਟ ਇਜ਼ ਓਨਲੀ ਫॉर द ਪੀਪਲ ਹੂ ਆਰ ਇਨਸਾਈਡ ਕੈਨੇਡਾ, ਜਿਹੜੇ ਔਨਸ਼ੋਰ ਕੈਨੇਡਾ ਦੇ ਅੰਦਰ ਨੇ, ਜਿਨ੍ਹਾਂ ਦੇ 1 ਸਾਲ ਦਾ ਕੈਨੇਡੀਅਨ ਵਰਕ ਐਕਸਪੀਰੀਅੰਸ ਜਿਨ੍ਹਾਂ ਨੇ ਹਾਸਲ ਕਰ ਲਿਆ। ਉਹ ਭਾਵੇਂ ਉਹਨਾਂ ਦੀ ਬੈਕਗ੍ਰਾਉਂਡ ਸਟੂਡੈਂਟ ਦੇ ਤੌਰ ਤੇ ਰਹੀ ਹੋਵੇ, ਆਫਟਰ ਕੰਪਲੀਸ਼ਨ ਆਫ देयर ਸਟੱਡੀਜ਼ ਉਹਨਾਂ ਨੇ 1 ਸਾਲ ਕੰਮ ਕੀਤਾ ਹੈ, ਤੇ ਚਾਹੇ ਉਹ ਇੱਥੋਂ ਵਰਕ ਪਰਮਿਟ ਤੇ ਗਏ ਹੋਣ, ਉਹਨਾਂ ਨੇ 1 ਸਾਲ ਕੈਨੇਡਾ ਅੰਦਰ ਕੰਮ ਕਰ ਲਿਆ, ਤੇ ਉਹ ਸਾਰੇ ਹੀ ਇਹਦੇ ਅੰਦਰ ਐਲੀਜੀਬਲ ਹੈਗੇ ਆ। ਸਭ ਤੋਂ ਖਾਸ ਗੱਲ ਇਹ ਹੈ ਕਿ ਜਿਹੜੇ ਅਸੀਂ 75 ਪੁਆਇੰਟਸ ਦੀ ਗੱਲ ਕੀਤੀ ਹੈ, ਤੁਸੀਂ ਬਿਲੀਵ ਨਹੀਂ ਕਰੋਗੇ ਕਿ ਜਿਹੜੇ ਬੰਦੇ ਦੀ ਏਜ ਹੁਣ 29 ਈਅਰਸ ਹੈ, ਯਾਨੀ ਕਿ ਸਿਰਫ ਏਜ ਦੇ ਹੀ ਪੁਆਇੰਟਸ ਲਗਭਗ 110 ਪੁਆਇੰਟਸ ਹੁੰਦੇ ਨੇ। ਤੇ ਇਹਦਾ ਮਤਲਬ ਕੁਝ ਖਾਸ ਅਚੀਵਮੈਂਟ ਦੀ ਲੋੜ ਨਹੀਂ ਹੈਗੀ ਇਹਦੇ ਵਾਸਤੇ, ਸਿਰਫ ਐਲੀਜੀਬਿਲਿਟੀ ਹੈ ਜੀ 1 ਸਾਲ ਦਾ ਕੈਨੇਡੀਅਨ ਵਰਕ ਐਕਸਪੀਰੀਅੰਸ ਹੋਏਗਾ ਤੇ ਉਹਨਾਂ ਦੇ ਬੰਦਿਆਂ ਦੀ ਫਾਈਲ ਚੱਕੀ ਜਾਏਗੀ। ਯਾਨੀ ਜਿਹੜੇ ਸਟੂਡੈਂਟ ਇੱਥੋਂ ਜਾਂਦੇ ਆ, ਪਹਿਲਾਂ ਉਹਨਾਂ ਦੀ ਫੋਰ ਐਗਜ਼ਾਮਪਲ ਇੱਕ ਬੱਚਾ ਟੋਰਾਂਟੋ ਚਲਾ ਗਿਆ, ਉੱਥੇ ਜਦੋਂ PR ਚਾਹੀਦੀ ਹੁੰਦੀ ਸੀ, ਪੁਆਇੰਟ ਬਹੁਤ ਚਾਹੀਦੇ ਹੁੰਦਾ ਸੀ, ਬੱਚਾ ਆਪਣਾ ਟੋਰਾਂਟੋ ਛੱਡ ਕੇ ਕਿਊਬੈਕ ਜਾਂਦਾ ਸੀ, ਸਸਕੈਚੁਅਨ ਜਾਂਦਾ ਸੀ, ਹੋਰਨਾਂ ਏਰੀਆਜ਼ ਵਿੱਚ ਜਾਂਦਾ ਸੀ। ਤੇ ਹੁਣ ਜਦੋਂ ਬੱਚੇ ਦੀ ਪੜ੍ਹਾਈ ਪੂਰੀ ਹੁੰਦੀ ਹੈ, ਬੱਚਾ 1 ਸਾਲ ਦੀ ਪੜ੍ਹਾਈ ਜਦੋਂ ਆਪਣੀ ਪੂਰੀ ਕਰ ਲੈਂਦਾ ਹੈ, ਦੈਟ ਮੀਨਸ ਸਟ੍ਰੇਟ ਫਾਰਵਰਡ ਅਗਰ ਆਪਣੀ PR ਅਪਲਾਈ ਕਰਦਾ ਉਹਦੀ PR ਹੋ ਜੂਗੀ ਫਿਰ ਡੈਫੀਨਿਟਲੀ ਮਨੀਸ਼ ਜੀ। ਜਦੋਂ ਬੱਚਾ ਕੋਈ 1 ਸਾਲ ਦਾ ਕੋਰਸ ਪੂਰਾ ਕਰਦਾ ਹੈ, ਉਹਨੂੰ ਵਰਕ ਪਰਮਿਟ ਦੀ ਡਿਊਰੇਸ਼ਨ ਮਿਲਦੀ ਹੈ 1 ਸਾਲ ਦੀ। ਸਿਮਿਲਰਲੀ ਜਿਹੜਾ ਸਟੂਡੈਂਟ 2 ਸਾਲ ਦੀ ਪੜ੍ਹਾਈ ਪੂਰੀ ਕਰਦਾ ਹੈ, ਉਹਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ। ਤੇ ਡਿਊਰਿੰਗ ਦੈਟ ਵਰਕ ਪਰਮਿਟ ਜਦੋਂ ਉਹਦਾ 1 ਸਾਲ ਦਾ ਵਰਕ ਐਕਸਪੀਰੀਅੰਸ ਪੂਰਾ ਹੋ ਜਾਂਦਾ ਹੈ ਤੇ ਉਹ ਇਸ ਪ੍ਰੋਗਰਾਮ 'ਚ ਐਪਲੀਕੇਸ਼ਨ ਲਗਾਉਣ ਲਈ ਐਲੀਜੀਬਲ ਹੋ ਜਾਂਦੇ ਨੇ। ਸਭ ਤੋਂ ਧਿਆਨ ਦੇਣ ਵਾਲੀ ਗੱਲ ਓਵਰਆਲ ਇਸ ਸਾਰੇ ਸਿਸਟਮ 'ਚ ਇਹ ਹੈ, ਬਿਕੋਜ਼ ਬਹੁਤੇ ਲੋਕਾਂ ਨੂੰ ਕਨਫਿਊਜ਼ਨ ਹੈ ਕਿ ਜਦੋਂ ਉਹਨਾਂ ਦੀ ਸਟੱਡੀ ਖਤਮ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਕਦੋਂ ਕੰਮ ਸਟਾਰਟ ਕਰ ਸਕਦੇ ਆ। ਤੇ ਅੱਜ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਕਿ ਤੁਹਾਨੂੰ ਆਪਣਾ ਵਰਕ ਪਰਮਿਟ ਡਾਕੂਮੈਂਟ ਰਿਸੀਵ ਕਰਨ ਦੀ ਵੇਟ ਕਰਨ ਦੀ ਲੋੜ ਨਹੀਂ ਹੈਗੀ। ਐਸ ਸੂਨ ਐਜ਼ ਤੁਸੀਂ ਆਪਣੀ ਐਪਲੀਕੇਸ਼ਨ ਜਦੋਂ ਸਬਮਿਟ ਕਰਦੇ ਹੋ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ, ਫਰਮ ਦਾ ਰਾਈਟ ਐਟ ਦੈਟ ਟਾਈਮ ਤੁਸੀਂ ਆਪਣਾ ਕੰਮ ਕਰਨਾ ਸਟਾਰਟ ਕਰ ਸਕਦੇ ਹੋ। ਸਿਰਫ ਧਿਆਨ ਦੇਣ ਵਾਲੀ ਇਹ ਗੱਲ ਹੈਗੀ ਹੈ ਕਿ ਜਿਹੜਾ ਆਕਿਊਪੇਸ਼ਨ ਤੁਸੀਂ ਚੂਜ਼ ਕਰਨਾ ਹੈ ਕੰਮ ਕਰਨ ਦਾ, ਉਹ ਸਪੈਸੀਫਿਕ ਹੈਗਾ ਜੀ NOC O A and B ਕੈਟੇਗਰੀ 'ਚ ਹੀ ਤੁਹਾਡਾ ਕੰਮ ਹੋਣਾ ਚਾਹੀਦਾ ਹੈ। ਜੇ ਤੁਸੀਂ ਗਲਤੀ ਨਾਲ ਵੀ C ਜਾਂ D ਆਕਿਊਪੇਸ਼ਨ 'ਚ ਕੰਮ ਕਰਦੇ ਰਹੇ ਤੇ ਉਹ ਐਕਸਪੀਰੀਅੰਸ ਇਸ ਦੌਰਾਨ ਤੁਹਾਡਾ ਇਸ ਪ੍ਰੋਗਰਾਮ ਦਾ ਪਾਰਟ ਨਹੀਂ ਮੰਨਿਆ ਜਾਏਗਾ ਜੀ। ਸੋ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਮਿਸਟਰ ਜਤਿਨ ਸਾਹਨੀ ਜੋ ICCRC ਮੈਂਬਰ ਨੇ, ਕੈਨੇਡਾ ਸਰਕਾਰ, ਕੈਨੇਡਾ ਹਾਈ ਕਮਿਸ਼ਨ ਤੋਂ ਮਨਜ਼ੂਰਸ਼ੁਦਾ ਨੇ, ਤੁਹਾਡੇ ਹਰ ਤਰ੍ਹਾਂ ਦੇ ਕੇਸਿਸ ਉਹ ਲੜ ਸਕਦੇ ਨੇ, ਚਾਹੇ ਉਹ ਓਪਨ ਵਰਕ ਪਰਮਿਟ ਦੇ ਕੇਸਿਸ ਹੋਣ, ਚਾਹੇ ਸਪਾਊਸਲ ਵਰਕ ਪਰਮਿਟ ਦੇ ਕੇਸਿਸ ਹੋਣ, ਚਾਹੇ PR ਦੇ ਕੇਸਿਸ ਹੋਣ ਜਾਂ ਸਟੂਡੈਂਟ ਵੀਜ਼ਾ ਦੇ ਕੇਸਿਸ ਹੋਣ। ਇਸ ਤੋਂ ਇਲਾਵਾ ਜਿਨ੍ਹਾਂ ਦਾ ਬੈਨ ਹੋ ਚੁੱਕਾ ਹੈ ਕੈਨੇਡਾ ਤੋਂ, ਉਹ ਕੇਸਿਸ ਵੀ ਇਹ ਲੜ ਸਕਦੇ ਨੇ। ਔਰ ਬਹੁਤ ਸਾਰੇ ਕੇਸਿਸ ਇਹੋ ਜਿਹੇ ਨੇ ਜਿਹੜੇ ਆਲਰੇਡੀ ਬੈਨਡ ਸੀ, ਉਹਨਾਂ ਨੂੰ ਫਿਰ ਤੋਂ ਵਿਜ਼ਟਰ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਲੈ ਕੇ ਉਹਨਾਂ ਨੂੰ ਕੈਨੇਡਾ ਭੇਜ ਚੁੱਕੇ ਨੇ। ਕਾਲ ਕਰਨ ਲਈ ਨੰਬਰ ਨੋਟ ਕਰ ਲਵੋ, ਤੁਹਾਡੇ TV ਸਕਰੀਨ 'ਤੇ ਅਸੀਂ ਬਾਰ-ਬਾਰ ਨੰਬਰ ਫਲੈਸ਼ ਕਰ ਰਹੇ, ਇਸ ਨੰਬਰ ਨੂੰ ਸੇਵ ਕਰ ਲਓ। ਕਿਸੇ ਵੀ ਤਰ੍ਹਾਂ ਦਾ ਕੋਈ ਅੜਿਆ ਫੜਿਆ ਕੇਸ ਹੈ ਕੈਨੇਡਾ ਦਾ ਜਿਹਨੂੰ ਕੋਈ ਕੰਸਲਟੈਂਟ ਹੱਥ ਨਹੀਂ ਪਾ ਰਿਹਾ, ਤੁਸੀਂ ਇੱਕ ICCRC ਮੈਂਬਰ ਨੂੰ ਕਾਲ ਕਰ ਸਕਦੇ ਹੋ।
ਘੱਟ ਬੈਂਡ ਤੇ ਕਿਵੇਂ ਤੁਸੀਂ ਕੈਨੇਡਾ ਦੀ PR ਲੈ ਸਕਦੇ ਹੋ ਉਹਦੇ ਬਾਰੇ ਵੀ ਚਰਚਾ ਕਰਾਂਗੇ ਅੱਜ ਅੱਗੇ। ਨੰਬਰ ਪਰ ਪਹਿਲਾਂ ਨੋਟ ਕਰ ਲਵੋ 9988161161 9988 161 ਨੰਬਰ ਤੇ ਕਾਲ ਕਰ ਸਕਦੇ ਹੋ। ਦ ਇਮੀਗ੍ਰੇਸ਼ਨ ਲਾਂਚ ਤੋਂ ਮਿਸਟਰ ਜੱਤੀ ਸਾਨੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਜਲੰਧਰ ਆਫਿਸ ਇਹਨਾਂ ਦੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਇਸ ਤੋਂ ਇਲਾਵਾ ਮਾਰਚ ਦੇ ਵਿੱਚ ਤੁਹਾਨੂੰ ਬਟਾਲਾ ਆਫਿਸ ਵੀ ਸਮਰਪਿਤ ਕੀਤਾ ਜਾਵੇਗਾ। ਬਟਾਲੇ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਮਿਲ ਸਕੋਗੇ। ਮਾਰਚ ਦੇ ਵਿੱਚ ਆਫਿਸ ਅੰਡਰ ਕੰਸਟਰਕਸ਼ਨ ਆ, ਹੋਰ 10-15 ਦਿਨ ਤੱਕ ਜਿਹੜੀ ਹੈ ਉਹਦੀ ਓਪਨਿੰਗ ਕਰ ਲਈ ਜਾਊਗੀ। ਮਾਰਚ ਦੇ ਵਿੱਚ ਤੁਸੀਂ ਇਹਨਾਂ ਨੂੰ ਉੱਥੇ ਬਟਾਲਾ ਆਫਿਸ ਵੀ ਮਿਲ ਸਕਦੇ ਹੋ। ਸੋ ਜੱਤੀ ਜੀ ਇੱਕ ਚੀਜ਼ ਹੋਰ ਇੱਥੇ ਪੁੱਛਣੀ ਚਾਹਾਂਗੇ ਕਿ ਅੱਜ PNP ਬਾਰੇ ਆਪਾਂ ਪਿਛਲੀ ਵਾਰ ਜੋ ਗੱਲ ਕੀਤੀ ਸੀ, ਬਹੁਤ ਸਾਰੇ ਲੋਕਾਂ ਨੇ ਰਿਸਪੌਂਸ ਦਿੱਤਾ। ਬਹੁਤ ਸਾਰੇ ਅੱਜ ਵੀ ਦਰਸ਼ਕ ਸਾਡੇ ਨਾਲ ਨਵੇਂ ਜੁੜੇ ਨੇ। PNP ਤੇ ਕੋਈ ਅਪਲਾਈ ਕਰਨਾ ਚਾਹੁੰਦਾ ਹੈ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਵਿੱਚ, ਕਿਹਾ ਜਾਂਦਾ ਕਿ ਘੱਟ ਬੈਂਡ ਤੇ ਵੀ PR ਮਿਲ ਜਾਂਦੀ ਹੈ। ਸੋ ਕਿੰਨੇ ਕੁ ਘੱਟ ਬੈਂਡ ਤੇ PR ਮਿਲਦੀ ਹੈ? ਸਰ ਦੇਖੋ, ਐਸ ਸੱਚ ਜਿਹੜੀ PNP ਦੀ ਰਿਕੁਆਇਰਮੈਂਟਸ ਡਿਪੈਂਡ ਕਰਦੀ ਹੈਗੀ ਹੈ ਕਿ ਜਿਹੜੇ ਆਕੂਪੇਸ਼ਨ ਦੇ ਅੰਦਰ ਅਸੀਂ ਫਾਈਲ ਲਗਾਉਣੀ ਹੈ, ਕਿਆ ਉਹ ਕਿਸੇ ਪ੍ਰੋਵਿੰਸ ਦੀ ਡਿਮਾਂਡ ਲਿਸਟ ਤੇ ਹੈ ਜਾਂ ਨਹੀਂ ਹੈ। ਤੇ ਐਸ ਸੱਚ ਕਿਸੇ ਪ੍ਰੋਵਿੰਸ ਦੀ ਵੀ ਇਹ ਸਪੈਸੀਫਿਕ ਰਿਕੁਆਇਰਮੈਂਟ ਨਹੀਂ ਹੈਗੀ ਹੈ ਕਿ ਤੁਹਾਨੂੰ ਇੰਨੇ ਮਿਨੀਮਮ ਬੈਂਡ ਚਾਹੀਦੀ ਹੈ। ਫੋਰ ਐਗਜ਼ਾਮਪਲ ਹੁਣੇ ਰੀਸੈਂਟਲੀ ਇੱਕ ਨਵਾਂ ਪ੍ਰੋਗਰਾਮ ਲਾਂਚ ਹੋਇਆ ਹੈ ਜਿਹੜਾ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਨੇ ਲਾਂਚ ਕੀਤਾ ਹੈ। ਤੇ ਉਹਦੇ ਅੰਦਰ ਘੱਟ ਤੋਂ ਘੱਟ ਸਿਰਫ CLB 5 ਦੀ ਰਿਕੁਆਇਰਮੈਂਟ ਹੈ, ਜਿਹੜਾ ਕਿ 4-4.5 ਬੈਂਡ ਹੀ ਬਣਦੇ ਨੇ। ਮਿਨੀਮਮ ਰਿਕੁਆਇਰਮੈਂਟ ਹੈ CLB 5। ਸੋ ਇਸ ਤਰ੍ਹਾਂ ਹੀ ਅਲੱਗ-ਅਲੱਗ ਪ੍ਰੋਵਿੰਸ ਦੀਆਂ ਅਲੱਗ-ਅਲੱਗ ਰਿਕੁਆਇਰਮੈਂਟਸ ਨੇ। ਫੋਰ ਐਗਜ਼ਾਮਪਲ ਮੈਨੀਟੋਬਾ ਦੀ ਗੱਲ ਕਰੀਏ, ਉਹ ਵੀ ਮਿਨੀਮਮ ਟੂ ਮਿਨੀਮਮ CLB 5 ਬੈਂਡ ਐਕਸੈਪਟ ਕਰ ਲੈਂਦੇ ਨੇ। ਸੋ ਡਿਪੈਂਡ ਕਰਦਾ ਹੈ ਕਿ ਤੁਹਾਡੀ ਫਾਈਲ ਕਿਹੜੇ ਪ੍ਰੋਵਿੰਸ 'ਚ ਲੱਗਣੀ ਹੈ, ਤਾਂ ਉਸ ਪ੍ਰੋਵਿੰਸ ਦੀ ਰਿਕੁਆਇਰਮੈਂਟ ਦੇ ਮੁਤਾਬਕ ਹੀ ਸਾਡੇ ਵੱਲੋਂ ਸਬਮਿਸ਼ਨ ਕੀਤੀ ਜਾਂਦੀ ਹੈ ਆਫਟਰ ਚੈਕਿੰਗ ਕਿ ਤੁਹਾਡਾ ਆਕੂਪੇਸ਼ਨ ਜਿਹੜਾ ਹੈ ਉਸ ਪ੍ਰੋਵਿੰਸ ਦੀ ਡਿਮਾਂਡ ਲਿਸਟ 'ਚ ਹੈ ਜਾਂ ਨਹੀਂ। ਜੀ, ਸੋ ਇੱਕ ਚੀਜ਼ ਹੋਰ ਦੱਸੋ, ਅਸੀਂ ਅਕਸਰ ਜਦੋਂ ਸ਼ੋਅ 'ਚ ਬੈਠਦੇ ਹਾਂ ਅਸੀਂ ਗੱਲ ਕਰਦੇ ਹਾਂ ਕਿ ਇੱਕ ICCRC ਮੈਂਬਰ ਉਹ ਬੰਦਾ ਹੁੰਦਾ ਹੈ ਜਿਹਨੂੰ ਕੈਨੇਡਾ ਸਰਕਾਰ, ਕੈਨੇਡਾ ਹਾਈ ਕਮਿਸ਼ਨ ਵੱਲੋਂ ਮਾਨਤਾ ਹੁੰਦੀ ਆ, ਸਿੱਧੀਆਂ ਇਨਫੋਰਮੇਸ਼ਨ ਤੁਹਾਡੇ ਤੱਕ ਆਉਂਦੀਆਂ ਨੇ। ਬਾਕੀ ਜਿਹੜੇ ਵੀ ਕੰਸਲਟੈਂਟ ਬੈਠੇ ਨੇ ਉਹ ਸੈਕਿੰਡ ਹੈਂਡ ਜਾਂ ਥਰਡ ਹੈਂਡ ਇਨਫੋਰਮੇਸ਼ਨ ਆ ਕੇ ਦੱਸਦੇ ਨੇ। ਸੋ ਤੁਸੀਂ ਸਿੱਧੇ ਤੌਰ ਤੇ ਕੈਨੇਡਾ ਸਰਕਾਰ ਨਾਲ ਜੁੜੇ ਹੋਏ ਹੋ, ਤੁਹਾਨੂੰ ਲਾਇਸੈਂਸ ਮਿਲਿਆ ਹੋਇਆ, ਸਾਰੀ ਇਨਫੋਰਮੇਸ਼ਨ ਫਸਟ ਹੈਂਡ ਤੁਹਾਨੂੰ ਮਿਲਦੀਆਂ। ਅੱਜ ਪੰਜਾਬ ਦੇ ਵਿੱਚ ਇੱਕ ਰੌਲਾ ਪਿਆ ਹੋਇਆ ਹੈ ਕਿ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਨੇ ਪੜ੍ਹਾਈ ਵੀਜ਼ੇ ਤੇ, ਉਹਨੂੰ ਅੰਬੈਸੀ ਵੱਲੋਂ ਕਾਲਸ ਆ ਰਹੀਆਂ ਨੇ। ਅੰਬੈਸੀ ਕਾਲ ਕਰਕੇ ਪੁੱਛ ਰਹੀ ਹੈ ਕਿ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ, ਤੁਹਾਡੀ ਫੀਸ ਕਿੰਨੇ ਭਰੀ ਆ, ਤੁਹਾਡਾ ਫਾਰਮ ਕਿੰਨੇ ਭਰਿਆ ਹੈ, ਤੁਸੀਂ ਕਿੰਨੇ ਪੈਸੇ ਦੇਣੇ ਆ। ਸੋ ਇਹ ਕਾਲਸ ਅੱਜ ਤੱਕ ਕਦੀ ਨਹੀਂ ਆਈਆਂ ਸੀ। ਹੁਣ ਇਹ ਵੀ ਨਹੀਂ ਪਤਾ ਇਹ ਕੋਈ ਕਾਲਸ ਆ, ਕੋਈ ਸਕੈਮ ਆ, ਸੱਚ ਆ, ਝੂਠ ਆ। ਤੁਹਾਨੂੰ ਫਸਟ ਹੈਂਡ ਇਨਫੋਰਮੇਸ਼ਨ ਮਿਲਦੀ ਹੈ। ਤੁਹਾਨੂੰ ਕੀ ਲੱਗਦਾ ਇਹ ਕਾਲਸ ਅੰਬੈਸੀ ਵੱਲੋਂ ਹੋ ਸਕਦੀਆਂ ਜਾਂ ਇਹ 'ਤੇ ਕਲੈਰਿਟੀ ਦਿਓ ਥੋੜ੍ਹੀ ਜਿਹੀ। ਸਰ ਦੇਖੋ ਜੀ, ਅਸੀਂ ਰਿਲਾਈ ਕਰਦੇ ਹਾਂ ਓਨਲੀ ਐਂਡ ਓਨਲੀ ਦੈਟ ਇਨਫੋਰਮੇਸ਼ਨ ਜਿਹੜੀ ਸਾਨੂੰ ਇਮੀਗ੍ਰੇਸ਼ਨ ਕੈਨੇਡਾ ਵੱਲੋਂ ਪਬਲਿਸ਼ ਕੀਤੀ ਜਾਂਦੀ ਹੈ, ਜਾਂ ਉਹਨਾਂ ਦੇ ਜੋ ਵੀ ਪ੍ਰੋਗਰਾਮ ਗਾਈਡਲਾਈਨਸ ਨੇ, ਜਾਂ ਉਹਦੇ ਅੰਦਰ ਜੋ ਵੀ ਚੇਂਜਸ ਹੁੰਦੇ ਨੇ, ਜਾਂ ਜਿਹੜੀਆਂ ਮਿਨਿਸਟਰੀਅਲ ਇੰਸਟਰਕਸ਼ਨਸ ਮੈਂਸ਼ਨ ਨੇ। ਐਸ ਸੱਚ ਸਾਨੂੰ ਇਹਦੇ ਬਾਰੇ ਕੋਈ ਅਫੀਸ਼ੀਅਲ ਡਾਕੂਮੈਂਟੇਸ਼ਨ ਜਾਂ ਕੋਈ ਅਫੀਸ਼ੀਅਲ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ ਗਈ ਹਜੇ ਤੱਕ ਕਿ ਕੈਨੇਡਾ ਦੀ ਗਵਰਨਮੈਂਟ ਜਾਂ ਖਾਸ ਕਰ ਜੇ ਆਪਾਂ ਗੱਲ ਕਰੀਏ ਦਿੱਲੀ ਵੀਜ਼ਾ ਆਫਿਸ, ਬਿਕੋਜ਼ ਇਹੋ ਜਿਹੇ ਸਿਨੈਰੀਓ ਸਿਰਫ ਇੰਡੀਆ 'ਚ ਹੀ ਦੇਖਣ ਨੂੰ ਮਿਲੇ ਨੇ। ਸਾਨੂੰ ਐਸ ਸੱਚ ਕੋਈ ਸੈਪਰੇਟ ਇੰਟੀਮੇਸ਼ਨ ਜਾਂ ਇਨਫੋਰਮੇਸ਼ਨ ਨਹੀਂ ਆਈ ਹੈਗੀ ਹੈ ਕਿ ਇੱਦਾਂ ਦੇ ਇੰਟਰਵਿਊਜ਼ ਕੰਡਕਟ ਕੀਤੇ ਜਾਣਗੇ। ਹਾਲਾਂਕਿ ਜਿਵੇਂ ਤੁਸੀਂ ਇਹ ਕੁਐਸਚਨ ਰੇਜ਼ ਕੀਤਾ ਹੈ ਤਾਂ ਡੈਫੀਨਿਟਲੀ ਐਜ਼ ਐਨ ਅਥਾਰਟੀ we can seek clarification on this information from Immigration Canada ਕਿ ਇਹ ਇਨਫੋਰਮੇਸ਼ਨ ਕਿੰਨੀ ਕੁ ਸੱਚ ਹੈ। ਤੇ ਜਿੱਦਾਂ ਹੀ ਸਾਨੂੰ ਉਹ ਇਨਫੋਰਮੇਸ਼ਨ ਸਾਨੂੰ ਹਾਸਲ ਹੁੰਦੀ ਹੈ ਤਾਂ ਡੈਫੀਨਿਟਲੀ ਅਸੀਂ ਆਪਣੇ ਦਰਸ਼ਕਾਂ ਨਾਲ ਉਹ ਸ਼ੇਅਰ ਕਰਾਂਗੇ ਜ਼ਰੂਰ ਇਨਫੋਰਮੇਸ਼ਨ, ਤਾਂ ਕਿ ਕਿਸੇ ਨੂੰ ਸੱਚ ਝੂਠ ਦਾ ਜਿਹੜਾ ਵੀ ਹੈ ਇਹਦੇ ਅੰਦਰ ਉਹ ਪਤਾ ਚੱਲ ਜਾਏ। ਜੀ, ਔਰ ਇੱਕ ਹੋਰ ਬੜੀ ਸ਼ੌਕਿੰਗ ਖਬਰ ਕਹਿ ਸਕਦੇ ਹਾਂ, ਇਨਫੋਰਮੇਸ਼ਨ ਕਹਿ ਸਕਦੇ ਹਾਂ। ਅੱਜ ਬਹੁਤ ਸਾਰੇ ਪੰਜਾਬ ਦੇ ਵਿੱਚ ਕੰਸਲਟੈਂਟਸ ਪ੍ਰਮੋਟ ਕਰਨਾ ਸ਼ੁਰੂ ਕਰ ਗਏ ਨੇ ਕਿ ਤੁਹਾਡੇ ਆਇਲਸ ਦੇ ਵਿੱਚੋਂ ਜਿੰਨੇ ਮਰਜ਼ੀ ਬੈਂਡ, ਹੁਣ ਕੈਨੇਡਾ ਦਾ ਸ਼ੋਰਟ ਵੀਜ਼ਾ ਲੱਗ ਜਾਊਗਾ, ਚਾਹੇ 3 ਬੈਂਡ ਆ, ਚਾਹੇ 2 ਬੈਂਡ ਆ, ਚਾਹੇ 1 ਬੈਂਡ ਆ, ਤੁਸੀਂ ਸਿਰਫ ਆਇਲਸ ਦਾ ਪੇਪਰ ਦੇਣਾ, ਜਿੰਨੇ ਮਰਜ਼ੀ ਬੈਂਡ ਆ ਜਾਣ, ਨੰਬਰ ਜਿੰਨੇ % ਮਰਜ਼ੀ ਹੋਣ, ਤੁਹਾਨੂੰ ਵੀਜ਼ਾ ਮਿਲ ਜੂਗਾ। ਸੋ ਕੀ ਇੱਦਾਂ ਦਾ ਵੀ ਕੁਝ ਨਵਾਂ ਸਿਸਟਮ ਆਇਆ ਜਿਹਦੇ ਵਿੱਚ ਘੱਟ ਬੈਂਡ ਤੇ ਵੀਜ਼ੇ ਲੱਗ ਜਾਂਦੇ? ਸਰ ਦੇਖੋ ਮਨੀਸ਼ ਜੀ, ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਖਾਸ ਕਰ ਅਸੀਂ ਜੇ ਵੀਜ਼ਾ ਐਪਲੀਕੇਸ਼ਨ ਦੀ ਗੱਲ ਕਰੀਏ ਤੇ ਇਮੀਗ੍ਰੇਸ਼ਨ ਨੇ ਬੜਾ ਹੀ ਸਾਫ਼-ਸਾਫ਼ ਮੈਂਸ਼ਨ ਕੀਤਾ ਹੈ ਕਿ ਦੇਅਰ ਆਰ ਓਨਲੀ 2 ਪ੍ਰੋਗਰਾਮਸ, ਜਾਂ ਤਾਂ SDS ਸਟਰੀਮ ਹੈਗੀ ਹੈ ਜਾਂ ਨੋਨ SDS ਸਟਰੀਮ ਹੈਗੀ ਹੈ। ਠੀਕ ਹੈ ਜੀ। ਤੇ ਜਿਹੜੀ SDS ਦੀ ਸਟਰੀਮ ਦੀ ਰਿਕੁਆਇਰਮੈਂਟ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਇਟਸ 6 ਈਚ, ਰਾਈਟ, ਨਾਟ ਲੈਸ ਦੈਨ 6। ਤੇ ਜਿਹੜੀ ਨੋਨ SDS ਦੀ ਰਿਕੁਆਇਰਮੈਂਟ ਉਹ ਵੀ ਸਾਰਿਆਂ ਨੂੰ ਪਤਾ ਹੈ। ਹੁਣ ਜਿਹੜੀ ਇਹ ਇਨਫੋਰਮੇਸ਼ਨ ਸਪਰੈਡ ਹੋ ਰਹੀ ਹੈ, ਵੈਦਰ ਇਟਸ ਅ ਰਿਊਮਰ ਔਰ ਵਾਟ, ਸਭ ਤੋਂ ਖਾਸ ਤੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਕਿਆ ਇਹੋ ਜਿਹਾ ਕੋਈ ਕਾਲਜ ਵੀ ਹੈ ਕੈਨੇਡਾ 'ਚ ਜਿਹੜੇ ਇੰਨੇ ਘੱਟ ਬੈਂਡ ਦੇ ਕਿਸੇ ਸਟੂਡੈਂਟ ਨੂੰ ਐਕਸੈਪਟ ਕਰੇਗਾ। ਬਿਕੋਜ਼ ਜੇ ਕੋਈ ਕਾਲਜ ਇਹੋ ਜਿਹੇ ਸਟੂਡੈਂਟ ਨੂੰ ਐਕਸੈਪਟ ਕਰ ਰਿਹਾ ਜਿਹਦੇ 3 ਬੈਂਡ ਨੇ ਜਾਂ 4 ਬੈਂਡ ਨੇ, ਤਾਂ ਓਬਵੀਅਸਲੀ ਇਹ ਇਨਫੋਰਮੇਸ਼ਨ ਉਹਨਾਂ ਦੀ ਕਾਲਜ ਦੀ ਵੈਬਸਾਈਟ ਤੇ ਵੀ ਪਬਲਿਸ਼ ਹੋਣੀ ਚਾਹੀਦੀ ਹੈ। ਕਿਉਂਕਿ ਜੇ ਫੈਕਟਸ ਐਂਡ ਫਿਗਰਸ ਦੇ ਉੱਪਰ ਅਸੀਂ ਕੰਮ ਕਰੀਏ ਡੈਫੀਨਿਟਲੀ ਤਾਂ ਹੀ ਕੋਈ ਵੀਜ਼ਾ ਐਪਲੀਕੇਸ਼ਨ ਅੱਗੇ ਫਰਦਰ ਪ੍ਰੋਸੈਸ ਹੋ ਸਕਦੀ ਹੈ। ਅਦਰਵਾਈਜ਼ ਸਾਰੀਆਂ ਖਬਰਾਂ ਜਿਹੜੀਆਂ ਹੈਗੀਆਂ ਉਹ ਇੱਕ ਰਿਊਮਰਸ ਦੇ ਤੌਰ ਤੇ ਨੇ, ਇਹਦੀ ਕੋਈ ਅਫੀਸ਼ੀਅਲ ਵੈਰੀਫਿਕੇਸ਼ਨ ਨਹੀਂ ਹੈਗੀ ਹਜੇ ਤੱਕ। ਪਰ ਕਿਉਂ ਪ੍ਰਮੋਸ਼ਨ ਕਰ ਰਹੇ ਹਾਂ ਆਪਾਂ ਇਸ ਚੀਜ਼ ਦੀ ਕਿ ਬਿਨਾਂ ਚੱਲ ਜਾਓ ਘੱਟ ਬੈਂਡ ਤੇ ਚੱਲ ਜਾਓ, 4 ਬੈਂਡ ਤੇ ਚੱਲ ਜਾਓ, ਸਿਰਫ ਇੱਕ ਹਨੀ ਟਰੈਪ ਹੈ? ਸਰ ਪ੍ਰੋਗਰਾਮਸ ਨੂੰ ਜਿਹੜੀ ਗਾਈਡਲਾਈਨਸ ਨੇ ਉਹਨਾਂ ਨੂੰ ਮੋਡੀਫਾਈ ਕਰਨਾ ਜਾਂ ਉਹਨਾਂ ਨੂੰ ਮੈਨੀਪੂਲੇਟ ਕਰਨਾ ਇਜ਼ ਸਮਥਿੰਗ ਡਿਫਰੈਂਟ, ਰਾਈਟ।
ਬਟ ਜਿਹੜੀ ਸਟੈਂਡਰਡ ਗਾਈਡਲਾਈਨਸ ਨੇ ਅਸੀਂ ਬਿਲੀਵ ਕਰਦੇ ਹਾਂ, ਅਸੀਂ ਉਹਨਾਂ ਤੇ ਹੀ ਕੰਮ ਕਰਦੇ ਹਾਂ ਹਮੇਸ਼ਾ, ਬਿਕੋਜ਼ ਵੀ ਆਰ ਰੈਗੂਲੇਟਡ, ਵੀ ਆਰ ਕੰਟਰੋਲਡ ਬਾਈ ਸਮ ਗਵਰਨਮੈਂਟ ਬੋਡੀ, ਤੇ ਅਸੀਂ ਉਹਨਾਂ ਤੋਂ ਪਿੱਛੇ ਜਾ ਕੇ ਕੰਮ ਨਹੀਂ ਕਰ ਸਕਦੇ। ਸੋ ਇਟ ਕੁਡ ਬੀ ਹਨੀ ਟ੍ਰੈਪ, ਠੀਕ ਹੈ ਜੀ, ਬਟ ਇਹਦੇ ਬਾਰੇ ਡੈਫੀਨਿਟਲੀ ਕੋਈ ਹੋਰ ਇਨਫੋਰਮੇਸ਼ਨ ਵਿਲ ਸੀਕ ਇਨਫੋਰਮੇਸ਼ਨ ਔਨ ਦਿਸ ਟੌਪਿਕ ਐਜ਼ ਵੈਲ, ਤੇ ਸਾਨੂੰ ਜਿਹੜੀ ਵੀ ਰੈਲੇਵੈਂਟ ਇਨਫੋਰਮੇਸ਼ਨ ਮਿਲੇਗੀ ਵਿਲ ਸ਼ੇਅਰ ਵਿਦ ਆਵਰ ਜਿਹੜੇ ਦਰਸ਼ਕ ਹੈਗੇ ਨੇ ਜੀ। ਸੋ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦੇ ਕਿ ਦਾ ਇਮੀਗ੍ਰੇਸ਼ਨ ਲਾਂਚ ਤੋਂ ਮਿਸਟਰ ਜਤਿਨ ਸਾਨੀ ICCRC ਮੈਂਬਰ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਸੋ ICCRC ਮੈਂਬਰ ਬਾਰ-ਬਾਰ ਦੱਸ ਰਹੇ ਆ, ਉਹ ਵਕੀਲ, ਉਹ ਸ਼ਖਸ, ਉਹ ਵੀਜ਼ਾ ਅਪਲਾਈ ਕਰਨ ਵਾਲੇ, ਉਹ ਕੰਸਲਟੈਂਟ ਹੁੰਦੇ ਨੇ ਜਿਨ੍ਹਾਂ ਨੂੰ ਕੈਨੇਡਾ ਹਾਈ ਕਮਿਸ਼ਨ, ਕੈਨੇਡਾ ਸਰਕਾਰ ਵੱਲੋਂ ਲਾਇਸੈਂਸ ਦਿੱਤਾ ਗਿਆ ਹੁੰਦਾ ਹੈ ਕਿ ਜਦੋਂ ਤੁਹਾਡੀ ਵੀਜ਼ਾ ਐਪਲੀਕੇਸ਼ਨ ਅੰਬੈਸੀ ਜਾਂਦੀ ਹੈ ਤਾਂ ਇਹਨਾਂ ਵੱਲੋਂ ਇੱਕ ਐਪਲੀਕੇਸ਼ਨ ਆਪਣੀ ਨਾਲ ਭੇਜੀ ਜਾਂਦੀ ਹੈ ਕਿ ਤੁਹਾਨੂੰ ਰਿਪਰੈਜ਼ੈਂਟ ਇਹ ਕਰ ਰਹੇ ਨੇ। ਸੋ ਇਹਨਾਂ ਦੇ ਰਿਪਰੈਜ਼ੈਂਟੇਸ਼ਨ ਦੇ ਨਾਲ ਤੁਹਾਡੇ ਵੀਜ਼ੇ ਦੇ ਚਾਂਸਸ ਹੋਰ ਵੱਧ ਜਾਂਦੇ ਨੇ। ਸੋ ICCRC ਮੈਂਬਰ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ ਜੇਕਰ ਕੈਨੇਡਾ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਵੀ ਕੈਟਾਗਰੀ ਦੇ ਵਿੱਚ ਤੁਸੀਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ। 9988161161 9988161161 ਨੰਬਰ ਤੁਸੀਂ ਨੋਟ ਕਰ ਲਵੋ। 9988 161 161 ਨੰਬਰ 'ਤੇ ਕਾਲ ਕਰ ਸਕਦੇ ਹੋ। ਸੋ ਜਤਨ ਜੀ ਇੱਕ ਚੀਜ਼ ਹੋਰ ਦੱਸੋ, ਆਪਾਂ ਚਲੋ ਸਟੂਡੈਂਟ ਵੀਜ਼ਾ ਦੀ ਵੀ ਗੱਲ ਕਰ ਲਈ, PR ਦੀ ਵੀ ਗੱਲ ਕਰ ਲਈ, ਫੇਕ ਕਾਲਸ ਦੀ ਵੀ ਗੱਲ ਕਰ ਲਈ, ਜਿਹੜੀ ਕਾਲਸ ਆ ਰਹੀਆਂ ਨੇ ਘੱਟ ਬੈਂਡ ਦੀ ਵੀ ਗੱਲ ਕਰ ਲਈ। ਮਾਰਕੀਟ ਦੇ ਵਿੱਚ ਕਿਤੇ ਨਾ ਕਿਤੇ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਦੀ ਪ੍ਰਮੋਸ਼ਨ ਵੀ ਸ਼ੁਰੂ ਹੋ ਗਈ ਹੈ ਕੈਨੇਡਾ ਦੀ, ਥੋੜ੍ਹਾ ਜਿਹਾ ਉੱਤੇ ਚਾਨਣਾ ਪਾਓ, ਕੀ ਰਾਈਟ ਸਮਾਂ ਹੈਗਾ ਇਹਨੂੰ ਅਪਲਾਈ ਕਰਨ ਦਾ? ਔਰ ਦੂਸਰਾ ਸਵਾਲ, ਕੀ ਜਿਹੜੇ ਵਰਕ ਪਰਮਿਟ ਵਾਲੀਆਂ ਐਪਲੀਕੇਸ਼ਨ ਸੀ, ਓਪਨ ਵਰਕ ਪਰਮਿਟ ਵਾਲੀਆਂ ਜਾਂ ਫਿਰ PR ਵਾਲੀ ਐਪਲੀਕੇਸ਼ਨ, ਉਹਨਾਂ ਦੇ ਬਾਇਓਮੈਟ੍ਰਿਕਸ ਕਦੋਂ ਸ਼ੁਰੂ ਹੋਣੇ? ਸਰ ਵਰਕ ਪਰਮਿਟ ਐਪਲੀਕੈਂਟਸ ਜਿਹੜੇ ਵੀ, ਚਾਹੇ ਉਹ ਓਪਨ ਵਰਕ ਪਰਮਿਟ ਨੇ, ਚਾਹੇ ਉਹ ਰਿਸਟ੍ਰਿਕਟਡ ਵਰਕ ਪਰਮਿਟ ਨੇ, ਉਹਨਾਂ ਦੇ ਆਲਰੇਡੀ ਬਾਇਓਮੈਟ੍ਰਿਕ ਸਟਾਰਟ ਹੋ ਚੁੱਕੇ ਨੇ। 20th ਜਨਵਰੀ ਔਨਵਰਡਸ ਦੇ ਆਰ ਆਲਰੇਡੀ ਗਿਵਿੰਗ ਅਪ ਦੇਅਰ ਬਾਇਓਮੈਟ੍ਰਿਕਸ, ਤੇ ਕਈ ਕੇਸਿਸ 'ਚ ਸਾਨੂੰ ਉਸ ਤੋਂ ਬਾਅਦ ਪੋਜ਼ੀਟਿਵ ਰਿਜ਼ਲਟਸ ਦੇਖਣ ਨੂੰ ਮਿਲੇ ਵੀ, ਜਿਵੇਂ ਕੁਝ ਮੈਡੀਕਲ ਰਿਕੁਐਸਟ ਰੀਸੈਂਟਲੀ ਆਈਆਂ ਨੇ ਆਫਟਰ ਦੇਅਰ ਬਾਇਓਮੈਟ੍ਰਿਕਸ ਆਰ ਡਨ। ਤੇ ਉਸ ਤੋਂ ਇਲਾਵਾ ਜਿਹੜੇ PR ਐਪਲੀਕੈਂਟਸ ਦੀ ਗੱਲ ਅਸੀਂ ਕਰ ਰਹੇ ਹਾਂ, ਰੀਸੈਂਟਲੀ ਲਾਸਟ ਵੀਕ ਕੈਨੇਡੀਅਨ ਹਾਈ ਕਮਿਸ਼ਨ ਦੀ ਵੈਬਸਾਈਟ 'ਤੇ ਅਪਡੇਟ ਆਇਆ ਸੀਗਾ ਕਿ VFS ਦਿਸ ਵੀਕ ਔਨਵਰਡਸ ਜਿਹੜੇ ਬਾਇਓਮੈਟ੍ਰਿਕਸ ਨੇ, ਖਾਸ ਕਰ ਇਕਨੋਮਿਕ ਕਲਾਸ ਜਿਹੜੀ ਸਟਰੀਮ ਹੈ ਪਰਮਾਨੈਂਟ ਰੈਜ਼ੀਡੈਂਸ ਦੀ, ਜਿਹੜੇ ਐਕਸਪ੍ਰੈਸ ਐਂਟਰੀ ਐਪਲੀਕੈਂਟਸ ਨੇ, ਉਹਨਾਂ ਨੂੰ ਬਾਇਓਮੈਟ੍ਰਿਕ ਸਬਮਿਟ ਕਰਾਉਣ ਦਾ ਮੌਕਾ ਬੜੀ ਜਲਦੀ ਦੇ ਦਿੱਤਾ ਜਾਏਗਾ, ਤੇ ਉਹ ਵੈਬ ਫਰੋਮ ਦੇ ਥਰੂ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਨੇ ਜੀ। ਔਰ ਟੂਰਿਸਟ ਵਿਜ਼ਟਰ ਦੀ ਗੱਲ ਕੀਤੀ ਸੀ ਕਿ ਇਜ਼ ਇਟ ਰਾਈਟ ਟਾਈਮ ਕਿ ਇਹਨਾਂ ਨੂੰ ਅਪਲਾਈ ਕਰ ਲਈਏ ਜਾਂ ਵੇਟ ਕਰ ਲੈਣੀ ਚਾਹੀਦੀ? ਸਰ ਹਜੇ ਐਟ ਦਿਸ ਮੂਮੈਂਟ ਜਿਹੜਾ ਡਿਸਕ੍ਰਿਸ਼ਨਰੀ ਟਰੈਵਲ ਹੈਗਾ ਉਹ ਹਜੇ ਅਲਾਉਡ ਨਹੀਂ ਹੈਗਾ। ਓਨਲੀ ਐਂਡ ਓਨਲੀ ਦੋਜ਼ ਕੇਸਿਸ ਜਿਨ੍ਹਾਂ ਕੇਸਿਸ ਦੇ ਅੰਦਰ ਕਿਸੇ ਤਰੀਕੇ ਦੀ ਸਾਨੂੰ ਕੋਈ ਮਿਲਦੀ ਹੈ ਇਨਫੋਰਮੇਸ਼ਨ ਕਿ ਕਿਸੇ ਨੂੰ ਮੈਡੀਕਲ ਅਰਜੈਂਸੀ ਹੈਗੀ ਹੈ ਜਾਂ ਕੰਪੈਸ਼ਨੇਟ ਗਰਾਊਂਡ ਦੇ ਜਿਹੜੇ ਟਰੈਵਲਸ ਨੇ, ਕਿਸੇ ਦੀ ਕੈਨੇਡਾ 'ਚ ਡੈਥ ਹੋ ਗਈ ਹੈ ਤੇ ਉਹਨਾਂ ਨੂੰ ਅਰਜੈਂਟ ਟਰੈਵਲ ਕਰਨਾ ਪੈਣਾ, ਸਿਰਫ ਉਸੇ ਤਰੀਕੇ ਦੇ ਵਿਜ਼ਟਰ ਵੀਜ਼ਾਜ਼ ਹਜੇ ਐਟ ਦਿਸ ਮੂਮੈਂਟ ਅਸੀਂ ਅਪਲਾਈ ਕਰ ਸਕਦੇ ਹਾਂ। ਕੋਈ ਵੀ ਟੂਰਿਜ਼ਮ ਬੇਸ ਐਪਲੀਕੇਸ਼ਨ ਹਜੇ ਅਲਾਉਡ ਨਹੀਂ ਹੈਗੀ ਇਸ ਟਾਈਮ ਤੇ ਜੀ। ਸੋ ਐਮਰਜੈਂਸੀ ਕੇਸਿਸ ਹੈ, ਤੁਸੀਂ ਅਪਲਾਈ ਕਰ ਸਕਦੇ ਹੋ। ਕੋਈ ਮੈਡੀਕਲ ਕੇਸਿਸ ਨੇ, ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਬਾਰ-ਬਾਰ ਇਹ ਕਹਿੰਦੇ ਆ ਕਿ ICCRC ਮੈਂਬਰ ਕਦੀ ਵੀ ਤੁਹਾਨੂੰ ਗੁੰਮਰਾਹ ਨਹੀਂ ਕਰ ਸਕਦਾ, ਕਦੀ ਵੀ ਤੁਹਾਨੂੰ ਫੇਕ ਇਨਫੋਰਮੇਸ਼ਨ ਨਹੀਂ ਦੇ ਸਕਦਾ। ਜੋ ਹਾਈ ਕਮਿਸ਼ਨ ਵੱਲੋਂ ਉਹਨਾਂ ਨੂੰ ਇਨਫੋਰਮੇਸ਼ਨ ਆਉਂਦੀਆਂ ਨੇ, ਸਿਰਫ ਉਹੀ ਤੁਹਾਨੂੰ ਅੱਗੇ ਸਪਰੈਡ ਕਰਦੇ ਨੇ। ਸੋ ਜਦੋਂ ਵੀ ਕੈਨੇਡਾ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ, PR, ਵਰਕ ਪਰਮਿਟ, ਸਪਾਊਸ ਐਪਲੀਕੇਸ਼ਨ ਕੋਈ ਵੀ ਫਾਈਲ ਕਰਨੀ ਹੈ, ICCRC ਮੈਂਬਰ ਦੀ ਸਲਾਹ ਜ਼ਰੂਰ ਲੈ ਲਵੋ। ਦਾ ਇਮੀਗ੍ਰੇਸ਼ਨ ਲਾਂਚ ਤੋਂ ICCRC ਮੈਂਬਰ ਮਿਸਟਰ ਜਤਿਨ ਸਾਨੀ ਸਾਡੇ ਨਾਲ ਗੱਲਬਾਤ ਕਰਨੇ। ਜਲੰਧਰ ਆਫਿਸ ਮਿਲ ਸਕਦੇ ਹੋ, ਬਟਾਲਾ ਆਫਿਸ ਮਾਰਚ ਤੋਂ ਆਪਰੇਸ਼ਨਲ ਹੋ ਜਾਏਗਾ, ਮਾਰਚ ਤੋਂ ਤੁਸੀਂ ਬਟਾਲਾ ਆਫਿਸ ਵੀ ਮਿਲ ਸਕਦੇ ਹੋ। ਫਿਲਹਾਲ ਅਗਰ ਮਿਲਣਾ ਚਾਹੁੰਦੇ ਹੋ ਜਲੰਧਰ ਆਫਿਸ ਮਿਲ ਸਕਦੇ ਹੋ। 9988161161 ਨੰਬਰ ਤੇ ਕਾਲ ਕਰਕੇ 9988 161 161 ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਕੋਈ ਵੀ ਪ੍ਰੋਬਲਮ ਕੈਨੇਡਾ ਜਾਣ ਸੰਬੰਧੀ ਹੈ, ਵੀਜ਼ਾ ਰਿਫਿਊਜ਼ ਹੋ ਗਿਆ ਹੈ, ਬੈਨ ਲੱਗ ਗਿਆ ਹੈ, PNP ਥਰੂ ਅਪਲਾਈ ਕਰਨਾ ਚਾਹੁੰਦੇ ਹੋ, ਘੱਟ ਬੈਂਡ ਸਕੋਰ ਤੇ ਅਪਲਾਈ ਕਰਨਾ ਚਾਹੁੰਦੇ ਹੋ, ਕੀ ਵੀਜ਼ਾ ਆਊਗਾ ਜਾਂ ਨਹੀਂ ਆਊਗਾ ਉਸ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਵਾਰੀ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 9988161161 ਨੰਬਰ ਤੇ। ਸੋ ਇੱਕ ਆਖਰੀ ਸਵਾਲ ਪੁੱਛਾਂਗੇ, ਉਸ ਤੋਂ ਬਾਅਦ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਪੰਜਾਬ ਦੇ ਵਿੱਚ ਜਦੋਂ ਬੱਚਾ ਬਾਹਰ ਜਾਂਦਾ ਹੈ ਤੇ ਅਲਟੀਮੇਟਲੀ ਇੱਕ ਨਾ ਇੱਕ ਦੂਜਾ ਬੱਚਾ ਕੜੀ ਨਾ ਕੜੀ ਜੁੜਦੀ ਜਾਂਦੀ ਹੈ। ਬਹੁਤ ਸਾਰੇ ਗਰੁੱਪਸ ਨੇ ਸਟੂਡੈਂਟਸ ਦੇ, ਉਹਨਾਂ ਗਰੁੱਪ ਦੇ ਵਿੱਚ ਕਈ ਵਾਰੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਇਹ ਬੱਚਾ ਕਨਫਿਊਜ਼ ਆ ਕਿ ਹੁਣ ਕੈਨੇਡਾ ਵੱਲੋਂ ਦੋ ਚੀਜ਼ਾਂ ਲੈ ਕੇ ਅੱਜ ਕੱਲ੍ਹ ਕਨਫਿਊਜ਼ਨ ਚੱਲ ਰਹੀ ਹੈ। ਪਹਿਲੇ ਦੇ ਕਾਲਸ ਦੀ ਕਨਫਿਊਜ਼ਨ ਸੀ ਕਿ ਅੰਬੈਸੀ ਵੱਲੋਂ ਕਾਲਸ ਆਉਂਦੀਆਂ ਨਹੀਂ ਆਉਂਦੀਆਂ, ਆਪਾਂ ਕਲੀਅਰ ਕਰ ਲਿਆ। ਹੁਣ ਕਨਫਿਊਜ਼ਨ ਇਹ ਹੈ ਕਿ ਬੱਚਿਆਂ ਦੀ 6-6 ਮਹੀਨੇ 8-8 ਮਹੀਨੇ ਹੋ ਗਏ ਫਾਈਲ ਅੰਬੈਸੀ 'ਚ ਪਈਆਂ, ਉਹਨਾਂ ਦੇ ਰਿਜ਼ਲਟਸ ਨਹੀਂ ਆ ਰਹੇ। ਪਰ ਜਿਹੜੇ ਬੱਚਿਆਂ ਨੇ ਦਸੰਬਰ 'ਚ ਜਾਂ ਫਿਰ ਜਨਵਰੀ ਦੇ ਫਸਟ ਵੀਕ ਸੈਕਿੰਡ ਵੀਕ ਫਾਈਲ ਆਨਲਾਈਨ ਲਾਈਆਂ ਸੀ, ਉਹਨਾਂ ਦੇ ਰਿਜ਼ਲਟਸ ਆ ਰਹੇ ਨੇ। ਸੋ ਜਿਹੜਾ ਬੈਕਲੌਗ ਹੈ ਪਿਛਲੇ 6 ਮਹੀਨੇ 7 ਮਹੀਨੇ ਦਾ ਅੰਬੈਸੀ 'ਚ ਪਿਆ, ਉਹਨਾਂ ਦੇ ਰਿਜ਼ਲਟਸ ਕਿਉਂ ਨਹੀਂ ਆ ਰਹੇ? ਪਹਿਲਾ ਸਵਾਲ। ਦੂਸਰਾ ਸਵਾਲ, ਕੁਝ ਕੰਸਲਟੈਂਟ ਕਹਿ ਰਹੇ ਆ ਕਿ ਸਾਡੀਆਂ ਅੱਜ 10 AIP ਆ ਜੀ, ਕੁਝ ਕਹਿੰਦਾ ਜੀ ਮੇਰੀ 50 AIP ਆ ਗਈਆਂ। ਦੂਜੇ ਪਾਸੇ ਵਰਸਸ ਕੰਸਲਟੈਂਟ ਕਹਿੰਦਾ ਜੀ ਅੱਜ ਮੈਨੂੰ ਪਾਸਪੋਰਟ ਰਿਕੁਐਸਟ ਆ ਗਈ। ਸੋ ਅੰਬੈਸੀ ਹਾਈ ਕਮਿਸ਼ਨ ਪਾਸਪੋਰਟ ਰਿਕੁਐਸਟ ਦੇ ਰਹੀ ਹੈ ਜਾਂ AIPs ਦੇ ਰਹੀ ਹੈ?
ਸਰ ਇਹ ਸਵਾਲ ਬੜਾ ਰੈਲੇਵੈਂਟ ਹੈ ਜੋ ਸਿਨੈਰੀਓ ਅੱਜ ਕੱਲ੍ਹ ਦੇ ਜੋ ਚੱਲ ਰਿਹਾ ਮਾਹੌਲ ਚੱਲ ਰਿਹਾ ਹੈ ਬਿਕੋਜ਼ ਈਵਨ ਸਾਡੀ ਅੰਡਰਸਟੈਂਡਿੰਗ 'ਚ ਵੀ ਇਹੀ ਹੈ ਕਿ ਜਿਹੜਾ AIPs ਦਾ ਟ੍ਰੈਂਡ ਸੀਗਾ ਪਿੱਛੇ ਜੇ ਖਤਮ ਹੋ ਜਾਣਾ ਸੀਗਾ ਉਸ ਤੋਂ ਬਾਅਦ ਡਾਇਰੈਕਟਲੀ PR ਪਾਸਪੋਰਟ ਰਿਕੁਐਸਟ ਹੀ ਮਿਲਣੀਆਂ ਸੀਗੀਆਂ ਬਟ ਸਿੰਸ ਇਹ ਸਾਰਾ ਚੱਲ ਰਿਹਾ ਜਿਹੜਾ ਟ੍ਰੈਂਡ ਇਹ ਹਜੇ ਵੀ ਕੰਟੀਨਿਊ ਹੈ ਤੇ ਇਹਦੇ ਉੱਪਰ ਜਿਹੜੀ AIPs ਨੇ ਉਹ ਹਜੇ ਵੀ ਕੰਟੀਨਿਊ ਹੈਗੀਆਂ ਆ ਰਹੀਆਂ AIPs ਵੀ ਆ ਰਹੀਆਂ ਤੇ ਕਈ ਕੇਸਿਸ 'ਚ ਡਾਇਰੈਕਟ ਪਾਸਪੋਰਟ ਰਿਕੁਐਸਟ ਵੀ ਆ ਰਹੀਆਂ ਹੈਗੀਆਂ ਸੋ ਓਵਰਆਲ ਮਾਹੌਲ ਬੜਾ ਕਨਫਿਊਜ਼ਨ ਵਾਲਾ ਹੈ ਤੇ ਇਹਦੇ ਉੱਪਰ ਡੈਫੀਨਿਟਲੀ ਕਿਸੇ ਤਰੀਕੇ ਦੀ ਹਾਈ ਕਮਿਸ਼ਨ ਵੱਲੋਂ ਕਲੈਰੀਫਿਕੇਸ਼ਨ ਨਹੀਂ ਪੋਸਟ ਕੀਤੀ ਗਈ ਹੈ ਹਜੇ ਤੱਕ ਕਿ ਵੈਦਰ ਜਿਹੜਾ AIPs ਵਾਲਾ ਟ੍ਰੈਂਡ ਖਤਮ ਹੋਏਗਾ ਜਾਂ ਡਾਇਰੈਕਟ ਪਾਸਪੋਰਟ ਰਿਕੁਐਸਟ ਆਉਣਗੇ ਪਰ ਟਾਈਮ ਬਹੁਤ ਲੱਗ ਰਿਹਾ ਕੁਝ ਪਾਸਪੋਰਟ ਜਮਾ ਐਪਲੀਕੇਸ਼ਨ ਜਮਾ ਕਰਵਾਈਆਂ 15 ਜਾਂ 20 ਦਿਨ ਦੇ ਵਿੱਚ ਡਾਇਰੈਕਟ ਪਾਸਪੋਰਟ ਰਿਕੁਐਸਟ ਆ ਰਹੀ ਹੈ ਜਾਂ AIPs ਆ ਰਹੀਆਂ ਨੇ ਵਰਸਸ 6 ਮਹੀਨੇ 8 ਮਹੀਨੇ ਹੋ ਗਏ ਕੁਝ ਬੱਚੇ ਜਿਨ੍ਹਾਂ ਦੀ ਮਾਰਚ 2020 ਦੀ ਫਾਈਲਾਂ ਲੱਗੀਆਂ ਸੀ ਹਜੇ ਤੱਕ ਰਿਜ਼ਲਟਸ ਨਹੀਂ ਆਏ ਬਟ ਇਹ ਸਿਗਨੀਫਿਕੈਂਟ ਚੀਜ਼ ਹੈਗੀ ਕਿ ਓਵਰਆਲ ਵੈਬਸਾਈਟ ਤੇ ਟਾਈਮ ਪ੍ਰੋਸੈਸਿੰਗ ਜ਼ਰੂਰ ਘਟਾ ਰਹੇ ਆ ਉਹ ਆਪਣੀਆਂ ਇਹਦਾ ਮਤਲਬ ਜਿਹੜੇ ਕੇਸਿਸ ਫਸੇ ਹੋਏ ਆ ਉਹਨਾਂ ਨੂੰ ਜਾਂ ਤਾਂ ਆਪਣੇ GCMS ਨੋਟਸ ਅਪਲਾਈ ਕਰਨੇ ਚਾਹੀਦੇ ਆ ਟੂ ਸੀ ਕਿ ਵਾਟ ਐਗਜ਼ੈਕਟਲੀ देयर ਐਪਲੀਕੇਸ਼ਨ ਸਟੇਟਸ ਇਜ਼ ਬਿਕੋਜ਼ ਅਸੀਂ ਵੀ ਕੁਝ ਕੇਸਿਸ ਦੇ GCMS ਨੋਟਸ ਕਢਾਏ ਨੇ ਤੇ ਉਹਨਾਂ ਤੋਂ ਸਾਨੂੰ ਕੁਝ ਰੈਲੇਵੈਂਟ ਇਨਫੋਰਮੇਸ਼ਨ ਮਿਲੀ ਹੈ ਉਹਨਾਂ ਦੀ ਫਾਈਲ ਪ੍ਰੋਸੈਸਿੰਗ ਬਾਰੇ ਸੋ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਅਪਡੇਸ਼ਨ ਹੈ ਤੁਹਾਡਾ ਰਿਜ਼ਲਟ ਨਹੀਂ ਆ ਰਿਹਾ ਲੇਟ ਹੋ ਰਿਹਾ ਹੈ ਵੀਜ਼ਾ ਰਿਫਿਊਜ਼ ਹੋ ਗਿਆ ਹੈ ਘੱਟ ਬੈਂਡ ਤੇ ਕਿਵੇਂ PNP ਅਪਲਾਈ ਕਰ ਸਕਦੇ ਹੋ ਜਾਂ ਕੋਈ ਕੰਸਲਟੈਂਟ ਕਹਿ ਰਿਹਾ ਕਿ ਬਿਨਾਂ ਆਈਲੈਟਸ ਤੋਂ ਵੀਜ਼ਾ ਲੈ ਲਓ ਇਹਦੇ ਬਾਰੇ ਕੋਈ ਕਲੈਰੀਫਿਕੇਸ਼ਨ ਚਾਹੁੰਦੇ ਹੋ ਰਿਐਲਿਟੀ ਪਤਾ ਕਰਨਾ ਚਾਹੁੰਦੇ ਹੋ ਤਾਂ ICCRC ਮੈਂਬਰ ਨੂੰ ਕਾਲ ਕਰ ਸਕਦੇ ਹੋ 9988161161 9988 ਨੰਬਰ ਤੇ 9988161161 ਦਾ ਇਮੀਗ੍ਰੇਸ਼ਨ ਲਾਂਚ ਤੋਂ ਮਿਸਟਰ ਜਤਿਨ ਸਾਨੀ ਸਾਡੇ ਨਾਲ ਅੱਜ ਗੱਲਬਾਤ ਕਰ ਰਹੇ ਸੀ ਸਾਨੀ ਸਾਹਿਬ ਜਾਂਦੀ ਵਾਰ ਕੋਈ ਮੈਸੇਜ ਕੁਝ ਸੁਨੇਹਾ ਦੇਣਾ ਚਾਹੁੰਦੇ ਦਰਸ਼ਕਾਂ ਨੂੰ ਜੀ ਲਾਸਟ ਜਿਹੜਾ ਸਭ ਤੋਂ ਇੰਪੋਰਟੈਂਟ ਸੁਨੇਹਾ ਇਹੀ ਰਹੇਗਾ ਕਿ ਜਿਹੜੇ ਵੀ ਸਟੂਡੈਂਟਸ ਜਾਂ ਜਿਹੜੇ ਪੇਰੈਂਟਸ ਜਿਨ੍ਹਾਂ ਦੇ ਬੱਚੇ ਉੱਥੇ ਪੜ੍ਹ ਰਹੇ ਨੇ ਐਂਡ ਦੇ ਆਰ ਕੰਸਰਨਡ ਕਿ ਉਹਨਾਂ ਦਾ PR ਪਾਥਵੇ ਕੀ ਹੋਏਗਾ ਉਹਨਾਂ ਦੀ PR ਕਿੱਦਾਂ ਲੱਗੇਗੀ ਕੈਨੇਡਾ 'ਚ ਜਿਹੜੇ ਕਰੰਟ ਰੂਲਸ ਚੱਲ ਰਹੇ ਨੇ ਉਹਨਾਂ ਦਾ ਕਿੱਦਾਂ ਫਾਇਦਾ ਚੱਕ ਸਕਦੇ ਨੇ ਉਹ ਤੇ ਉਹ ਡੈਫੀਨਿਟਲੀ ਇਸ ਟਾਈਮ ਮੈਂ ਜਲੰਧਰ ਆਪਣੇ ਆਫਿਸ ਅਵੇਲੇਬਲ ਹਾਂ ਜਿਵੇਂ ਮਨੀਸ਼ ਨੇ ਕਿਹਾ ਬਟਾਲਾ ਆਫਿਸ ਸਾਡਾ ਜਲਦੀ ਆਪਰੇਸ਼ਨਲ ਹੋਣ ਵਾਲਾ ਹੈ ਤੁਸੀਂ ਮੈਨੂੰ ਪਰਸਨਲੀ ਆ ਕੇ ਮਿਲ ਸਕਦੇ ਹੋ ਤਾਂ ਕਿ ਤੁਹਾਡੇ ਬੱਚਿਆਂ ਦਾ ਜਿਹੜਾ ਫਿਊਚਰ ਪਾਥਵੇ ਹੈ ਉਹ ਅਸੀਂ ਕਿਸੇ ਤਰੀਕੇ ਨਾਲ ਫਿਕਸ ਕਰ ਸਕੀਏ ਈਵਨ ਜਿਹੜੇ ਨਵੇਂ ਸਟੱਡੀ ਵੀਜ਼ਾ ਐਪਲੀਕੈਂਟਸ ਵੀ ਨੇ ਉਹਨਾਂ ਨੂੰ ਇਹ ਅਸ਼ੋਰੈਂਸ ਹੈ ਸਾਡੇ ਵੱਲੋਂ ਕਿ ਜੇ ਸਾਡੇ ਤੋਂ ਫਾਈਲ ਕਰਦੇ ਆ ਤੇ ਅਸੀਂ ਉਹਨਾਂ ਦਾ ਇਨਸਾਈਡ ਕੈਨੇਡਾ ਦਾ ਪਾਥਵੇ ਅਸੀਂ ਰਾਈਟ ਅਵੇ ਇਹਨਾਂ ਨੂੰ ਇੰਡੀਆ ਬੈਠੇ ਹੀ ਪੂਰਾ ਪਾਥਵੇ ਉਹਨਾਂ ਦੇ ਹੱਥ 'ਚ ਦਿਖਾਵਾਂਗੇ ਉਹਨਾਂ ਦੇ ਹੱਥ 'ਚ ਫੜਾਵਾਂਗੇ ਕਿ ਦਿਸ ਇਜ਼ ਯੋਰ ਪਾਥਵੇ ਟੂ ਪਰਮਾਨੈਂਟ ਰੈਜ਼ੀਡੈਂਸ ਇਨ ਕੈਨੇਡਾ ਜੀ ਸੋ A ਤੋਂ ਲੈ ਕੇ Z ਤੱਕ ਸਾਰਾ ਸਿਸਟਮ ਸਮਝਣਾ ਚਾਹੁੰਦੇ ਹੋ PR ਕਿਵੇਂ ਹੁੰਦੀ ਆ ਸਟੂਡੈਂਟ ਵੀਜ਼ਾ ਕਿਵੇਂ ਮਿਲਦਾ ਹੈ ਵਰਕ ਪਰਮਿਟ ਕਿਵੇਂ ਮਿਲਦਾ ਹੈ ਕਿੰਨੇ ਘੰਟੇ ਕੰਮ ਕਰ ਸਕਦੇ ਹੋ ਕਦੋਂ ਵਰਕ ਪਰਮਿਟ ਸ਼ੁਰੂ ਕਰ ਸਕਦੇ ਹੋ ਕਦੋਂ ਖਤਮ ਕਰਕੇ ਆਪਣੀ PR ਲੈਣੀ ਹੈ ਕਿੰਨਾ ਸਮਾਂ ਲੱਗਦਾ ਕਿੰਨਾ ਖਰਚਾ ਹੁੰਦਾ ਹੈ ਕੌਣ PR ਕਰਾਏਗਾ ਉੱਥੇ ਵੀ LMIA ਚਾਹੀਦੀ ਹੈ ਐਕਸਪ੍ਰੈਸ ਐਂਟਰੀ 'ਚ ਹੋਊਗੀ PNP ਜੋ ਬਹੁਤ ਸਾਰੇ ਸਵਾਲ ਹੁੰਦੇ ਨੇ ਜਦੋਂ ਪੱਕਿਆ ਹੋਣਾ ਇਹ ਸਾਰੇ ਸਵਾਲਾਂ ਦੇ ਜਵਾਬ ਹੁਣ ਪੰਜਾਬ 'ਚ ਮੌਜੂਦ ਨੇ ਜਲੰਧਰ 'ਚ ਮੌਜੂਦ ਨੇ ਦਾ ਇਮੀਗ੍ਰੇਸ਼ਨ ਲਾਂਚ ਦੇ ਦਫ਼ਤਰ 'ਚ ਮੌਜੂਦ ਨੇ ਕਿਉਂਕਿ ਇੱਕ ICCRC ਮੈਂਬਰ ਮਿਸਟਰ ਜਤਿਨ ਸਾਨੀ ਅੱਜ ਕੱਲ੍ਹ ਜਲੰਧਰ ਆਫਿਸ ਹੁੰਦੇ ਨੇ ਆਪਣੇ ਕੁਝ ਸਮੇਂ ਲਈ ਇੰਡੀਆ ਜ਼ਰੂਰ ਆਏ ਨੇ ਇੰਡੀਆ ਦੇ ਵਿੱਚ ਕੋਈ ਇਨਫੋਰਮੇਸ਼ਨ ਚਾਹੁੰਦੇ ਹੋ ਪੰਜਾਬ 'ਚ ਜਲੰਧਰ ਦੇ ਵਿੱਚ ਦਾ ਇਮੀਗ੍ਰੇਸ਼ਨ ਲਾਂਚ ਨੂੰ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਕੋਈ ਇਨਫੋਰਮੇਸ਼ਨ ਚਾਹੁੰਦੇ ਜਤਿਨ ਜੀ ਮੈਂ ਚਾਹੂੰਗਾ ਕੈਨੇਡਾ ਦਾ ਐਡਰੈਸ ਵੀ ਦੱਸ ਦਿਓ ਤਾਂ ਕਿ ਅਗਰ ਕੋਈ ਉੱਥੇ ਆਫਿਸ ਦੇ ਵਿੱਚ ਕੋਈ ਕਾਲ ਕਰਨਾ ਚਾਹੁੰਦਾ ਹੈ ਜਾਂ ਪਰਸਨਲੀ ਜਦੋਂ ਤੁਸੀਂ ਉੱਥੇ ਜਾਂਦੇ ਹੋ ਕੋਈ ਵਿਜ਼ਿਟ ਕਰਨਾ ਚਾਹੁੰਦਾ ਉਹ ਵੀ ਐਡਰੈਸ ਦੱਸ ਦਿਓ ਆਪਾਂ ਸਾਡਾ ਆਫਿਸ ਜੀ ਸਰੀ 'ਚ ਲੋਕੇਟਡ ਹੈਗਾ ਤੇ ਉਹਦੀ ਕੰਟੈਕਟ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਯੂ ਕੈਨ ਰਾਈਟ ਡਾਊਨ ਨੰਬਰ ਇਟਸ 2045101149 ਜੀ ਸੋ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਹੋਰ ਐਡਰੈਸ ਬਾਰੇ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਫੋਨ ਨੰਬਰ ਚਾਹੀਦਾ ਤੇ ਜਿਹੜਾ ਨੀਚੇ ਫੋਨ ਨੰਬਰ ਚੱਲ ਰਿਹਾ 9988161161 ਇਸ ਨੰਬਰ ਤੇ ਕਾਲ ਕਰਕੇ ਐਡਰੈਸ ਤੇ ਫੋਨ ਨੰਬਰ ਤੁਸੀਂ ਲੈ ਸਕਦੇ ਹੋ ਫਿਲਹਾਲ ਜਾ ਚਾਹੁੰਦੇ ਆ ਜਤਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਮਨੀਸ਼